मेरे राम राय तू संतां का संत तेरे, मेरे राम राय तू संतां का संत तेरे। मेरे दुनिया का जोड़ा मल्टीमीडिया टैक्नोलॉजी है वो 1990 ਦੇ ਵਿੱਚ ਐਨਸਾਈਕਲੋਪੀਡੀਆਜ਼ ਦੇ ਫੀਲਡ 'ਚ ਮੈਨੂੰ ਮੌਕਾ ਪਰਮਾਤਮਾ ਨੇ ਪਹਿਲੀ ਵਾਰ ਦਿੱਤਾ ਜਿਹੜੀ ਮਲਟੀਮੀਡੀਆ ਟੈਕਨੋਲੋਜੀ ਹੈ ਉਹ ਤਿਆਰ ਕਰਨ ਦਾ। ਉਸ ਤੋਂ ਬਾਅਦ ਰੋਬੋਟਿਕ ਟੈਕਨੋਲੋਜੀ ਜਿਹੜੀ ਨਾਸਾ ਤੋਂ ਰੋਬੋਟਸ ਉੱਤੇ ਬਾਹਰ ਜਾਂਦੇ ਆ ਅਸਮਾਨ 'ਚ, ਉਹ ਟੈਕਨੋਲੋਜੀ ਵੀ ਇਸਤੇਮਾਲ ਕਰਨ ਦਾ ਮੌਕਾ ਮਿਲਿਆ। ਅਤੇ ਉੱਥੇ ਹੁਣ ਤਾਂ ਸਾਰੀ ਜ਼ਿੰਦਗੀ ਇਹ ਆ ਮੇਰੀ 80 ਸਾਲ ਉਮਰ ਆ ਅਤੇ ਮੈਂ 22 ਘੰਟੇ ਰੋਜ਼ ਕੰਮ ਕਰਦਾ ਸਾਂ। 16 ਘੰਟੇ ਮੈਨੂੰ ਲੱਗੇ ਐਨਸਾਈਕਲੋਪੀਡੀਆ ਬਣਾਉਣ ਲਈ ਅਤੇ ਉਸ ਦੌਰਾਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ। ਅਤੇ ਨਸ਼ੇ ਜਿਹੜੇ ਆ ਇੱਥੋਂ ਮੈਨੂੰ ਅੱਜ ਦੱਸ ਦੇਂ ਕਿਹੜਾ ਥੋੜ੍ਹਾ ਜਿਹਾ ਹਨੇਰਾ ਜਿਹਾ ਹੈਗਾ ਉਹ ਤਾਂ ਕਿ ਦੱਬੀ ਜਾ ਕੇ ਮੈਂ ਅੱਗੇ ਕਰੀ ਦਿਸ ਵਨ। ਚਲੋ ਡਰੱਗਸ ਹੁੰਦੇ ਕੀ ਆ ਇਹ ਗੱਲ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ। ਅਗਰ ਜ਼ਿੰਦਗੀ ਕਿਸੇ ਨੇ ਬਰਬਾਦ ਕਰਨੀ ਆ ਤਾਂ ਉਹ ਨਸ਼ਿਆਂ ਨੇ ਕਰਨੀ ਆ। ਹੋਰ ਸਾਡੇ ਕੋਲ ਐਟਮ ਬੰਬ ਜਿਹੜੇ ਨਾਗਾਸਾਕੀ ਹੀਰੋਸ਼ੀਮਾ 'ਚ ਡਿੱਗਿਆ ਸੀ ਸ਼ਾਇਦ ਇੰਨੀ ਜਲਦੀ ਨਾ ਡਿੱਗ ਸਕੇ। ਇਹ ਨਸ਼ੇ ਆ। ਅਸੀਂ ਅੱਗੇ ਇੱਥੇ ਸ਼ਰਾਬ ਪੀਂਦੇ ਹੁੰਦੇ ਸੀਗੇ ਉਹ ਤੁਹਾਡੇ ਆਈ ਐਮ ਸੌਰੀ ਨਸ਼ੇ ਜਿਹੜੇ ਆ ਨਾ ਇੱਥੇ ਅੱਗੇ ਅਸੀਂ ਸ਼ਰਾਬ ਕੱਢਦੇ ਹੁੰਦੇ ਸੀ। ਮੈਂ ਸਾਰੀਆਂ ਚੀਜ਼ਾਂ ਦਿਖਾਣੀਆਂ ਅਤੇ ਤਾਂ ਜਾ ਕੇ ਆਉਣਾ ਕਿ ਸਕੂਲਾਂ ਦੇ ਵਿੱਚ ਟੀਚਰਸ ਨੂੰ ਅਸੀਂ ਟੀਚਰਸ ਮੈਂ ਪਹਿਲਾਂ ਕਹਿੰਦਾ ਟੀਚਰਸ ਆਰ ਨਾਟ ਬੇਬੀ ਸਿਟਰ ਆਫ ਦੀ ਪੇਰੈਂਟਸ ਦੇ ਬੇਬੀ ਸਿਟਰ ਨਹੀਂ ਹੋ। ਟੀਚਰ ਆ ਉਹਨੇ ਸਕੂਲ ਦੇ ਵਿੱਚ ਜਿੰਨਾ ਕਰਮ ਕਰਨਾ ਉਹ ਉਹੀ ਕਰਨਗੇ। ਨਸ਼ੇ ਲੱਗਦੇ ਕਿਵੇਂ ਆ ਇਹਦਾ ਕਿਉਂਕਿ ਬੇਸ ਬਣਾਉਣਾ ਪਊਗਾ। ਜਨੇਟਿਕ ਹੈ ਰੀਜ਼ਨ। ਜੇਕਰ ਮੇਰੀ ਮਾਂ ਦੀ ਮਾਂ ਉਹਨਾਂ ਦੀ ਮਾਂ 3 ਜਨਰੇਸ਼ਨਸ 'ਚ ਕੋਈ ਨਸ਼ੇ ਆਉਂਦੇ ਹੈ ਅਤੇ ਜਨੇਟਿਕ ਸਿਸਟਮ ਦੇ ਹਿਸਾਬ ਨਾਲ ਨਸ਼ੇ ਔਲਾਦ 'ਚ ਆ ਜਾਣਗੇ ਮਾਂ ਜਾਂ ਪਿਓ ਹੋਣ ਤਾਂ। ਐਟ ਦੀ ਟਾਈਮ ਆਫ ਕੰਸੈਪਸ਼ਨ ਆਫ ਦੀ ਚਾਈਲਡ ਵੈਨ ਅਸੀਂ ਹਸਬੈਂਡ ਵਾਈਫ ਸੈਕਸ ਕਰਦੇ ਆ, ਹਸਬੈਂਡ ਨੇ ਸ਼ਰਾਬ ਪੀ ਕੇ ਸੈਕਸ ਕੀਤਾ, ਵਾਈਫ ਦੇ ਮਨ 'ਚ ਸੀ ਵੀ ਮੈਂ ਤਾਂ ਇਹਦਾ ਮਨ 'ਚ ਪਰਚਾਵਾ ਕਰ ਰਹੀ ਹਾਂ, ਮੇਰੇ ਸੰਬੰਧ ਕਿਸੇ ਹੋਰ ਦੇ ਨਾਲ ਆ। ਬੱਚੇ ਦੀ ਪਾਲਣਾ ਸਹੀ ਨਹੀਂ ਹੋ ਸਕੇਗੀ। 9 ਮਹੀਨੇ ਦੇ ਵਿੱਚ ਮਾਂ ਨੇ ਕੋਈ ਨਸ਼ਾ ਕੀਤਾ, ਇਹ ਜਿਹੜੀਆਂ ਗੋਲੀਆਂ ਖਾਂਦੇ ਆ ਪਰਹੇਜ਼ ਕਰਨ ਦੀ ਕੋਸ਼ਿਸ਼ ਆ। ਉਹਦੇ ਆਪਣੇ ਵਿਚਾਰ ਕੀ ਸੀਗੇ ਕਿਸ ਕੰਪਨੀ 'ਤੇ ਕਿਹੜੇ ਵਿਆਹ ਸ਼ਾਦੀਆਂ ਦੀਆਂ ਜਿਹੜੇ ਵਿਆਹ ਸ਼ਾਦੀਆਂ 'ਚ ਨਸ਼ੇ ਛਕਾਉਂਦੇ ਆ ਉਹਨਾਂ 'ਚ ਕਿੰਨੀ ਕੁ ਵਾਰ ਹੋ ਗਈ, ਫਿਲਮਾਂ ਦੇਖੀਆਂ, ਸਾਰੀਆਂ ਚੀਜ਼ਾਂ ਉਹ ਇੱਕ ਅਸਰ ਕਰਦੀਆਂ ਬੱਚੇ ਦੇ ਜਨਮ। ਸਾਡੇ ਇੱਕ ਅਮਰੀਕਾ 'ਚ ਡਾਕਟਰ ਸੀ, ਉਹ ਕਹਿੰਦਾ ਸੀ ਕਿ ਜਦੋਂ ਕੰਸੈਪਸ਼ਨ ਹੋ ਜਾਏ ਮੈਨੂੰ ਦੱਸ ਦਿਓ, ਮਾਂ ਦਾ ਕੰਟਰੋਲ ਮੈਂ ਕਰਾਂਗਾ, ਤੁਸੀਂ ਜੋ ਚਾਹੁੰਦੇ ਆ ਬੱਚੇ ਨੂੰ ਮੈਂ ਬਣਾ ਦੂੰਗਾ, ਇੰਨੇ ਪੈਸੇ ਲਵਾਂਗਾ। ਵਾਟ ਵਾਜ਼ ਦਾ ਰੀਜ਼ਨ? ਉਹ ਕਹਿੰਦਾ ਸੀ ਕੰਸੈਪਸ਼ਨ ਤੋਂ ਬਾਅਦ ਮਾਂ ਨੇ ਬੱਚੇ ਨਾਲ ਗੱਲ ਕਰਨੀ ਹੈ, ਉਹਨੂੰ ਦੱਸਣਾ ਮੈਂ ਖਾਣਾ ਜਾਂ ਪੀਣਾ ਕੀ ਹੈ, ਪੰਜਾਬ ਦੀ ਹਾਲਤ ਕੀ ਹੈ। ਇਹ ਮੈਂ ਗੱਲ ਬਾਅਦ 'ਚ ਕਰਦਾ। ਮਾਂ ਦਾ ਰੋਲ ਆ ਗਿਆ। 5 ਸਾਲ ਬੱਚਾ ਮਾਂ ਦੇ ਕੋਲ ਰਹਿੰਦਾ, ਪਿਓ ਦੇ ਕੋਲ ਰਹਿੰਦਾ। ਕੀ ਕਰਦੇ ਆ? ਸ਼ਰਾਬ ਪਿਓ ਪੀਂਦਾ, ਸ਼ਰਾਬ ਦੀਆਂ ਗੱਲਾਂ ਆਉਂਦੀਆਂ, ਪ੍ਰਾਹੁਣੇ ਆਉਂਦੇ ਆ ਉਹਨਾਂ ਨੂੰ ਸ਼ਰਾਬ ਛਕਾਈ ਜਾਂਦੀ ਆ। 5 ਸਾਲ ਅਸਰ ਹੋਏਗਾ, ਉਸ ਤੋਂ ਬਾਅਦ ਸਮਾਜ ਆ ਜਾਂਦਾ, ਬੱਚਾ ਘਰੋਂ ਬਾਹਰ ਨਿਕਲਦਾ। ਇੱਧਰ ਠੇਕਾ ਪੰਜਾਬ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਊਗਾ। ਆਈ ਵਾਜ਼ ਐਕਸਾਈਜ਼ ਆਫਿਸਰ ਹੀਅਰ ਅਤੇ 1946 ਦੇ ਵਿੱਚ 1 ਕਰੋੜ ਦੇ ਠੇਕੇ ਨਿਲਾਮ ਹੋਏ ਸੀ ਜਦੋਂ ਜੁਆਇੰਟ ਪੰਜਾਬ ਸੀ ਦਿੱਲੀੋਂ ਅੱਗੇ ਤਾਈਂ। 1966 ਦੇ ਵਿੱਚ ਟੋਟੇ ਥੋੜ੍ਹੇ ਜਿਹੇ ਹੋ ਗਏ ਪੰਜਾਬ ਦੇ ਅਤੇ 16 ਕਰੋੜ ਦੇ ਠੇਕੇ ਨਿਲਾਮ ਹੋਏ। ਅੱਜ ਪਤਾ ਕਿੰਨੇ ਦੇ ਆ? 5000 ਕਰੋੜ ਦੇ ਠੇਕੇ ਨਿਲਾਮ ਹੁੰਦੇ ਹੈ। ਪਾਪੂਲੇਸ਼ਨ ਆਫ ਪੰਜਾਬ 1.8% ਵੱਧਦੀ ਐਵਰੀ ਈਅਰ, ਤੁਹਾਨੂੰ ਪਤਾ ਹੋਏਗਾ। ਇਹ ਥੋੜ੍ਹੇ ਦਿਨ ਦੀ ਨਿਊਜ਼ ਸੀ। 1.8 ਲਾ ਲਓ, 2% ਸਾਡੀ ਔਲਾਦ ਵੱਧਦੀ ਹੈ ਅਤੇ 15% ਸ਼ਰਾਬ ਦੀਆਂ ਬੋਤਲਾਂ ਵੱਧਦੀਆਂ। ਉਹ ਇਕੱਲੀ ਸ਼ਰਾਬ ਦੇ ਠੇਕਿਆਂ ਦੀ ਨਹੀਂ ਗੱਲ। 3 ਫੈਕਟਰੀਜ਼ ਹੁੰਦੀਆਂ ਸੀ ਵੈਨ ਆਈ ਵਾਜ਼ ਐਕਸਾਈਜ਼ ਆਫਿਸਰ, ਹੁਣ 27 ਹੈ। ਪ੍ਰੋਡਕਸ਼ਨ ਹੁੰਦੀ ਹੈ, ਪੀਪਲ ਆਰ ਮੇਕਿੰਗ ਮਨੀ ਫਰੋਮ ਦੇਟ। ਉਹ ਤੋਂ 5000 ਤਾਂ ਮੈਂ ਤੁਹਾਨੂੰ ਦੱਸ ਦਿੱਤੇ ਆ ਬੋਤਲਾਂ, ਅਤੇ ਜਿਹੜੀਆਂ ਨੰਬਰ 2 'ਤੇ ਉਹ ਫੈਕਟਰੀਆਂ ਵੇਚਦੀਆਂ ਉਹ ਜੁਦੀਆਂ ਅਸੀਂ ਮੇਰ ਕਰ ਦਿੰਦੇ ਹਾਂ, ਘਰਾਂ 'ਚ ਕੱਢ ਲੈਂਦੇ ਹਾਂ। ਅਸੀਂ ਬਾਹਰਲੇ ਲੱਖਾਂ ਲੋਕੀ ਬਾਹਰਲੇ ਬੈਠੇ ਹਾਂ, 2-2 4-4 ਬੋਤਲਾਂ ਅਸੀਂ ਉੱਥੋਂ ਰੰਮ ਦੀਆਂ ਲਿਆਉਣੀਆਂ, ਭਾਜੀ ਨੂੰ ਦੇਣੀ, ਚਾਚੇ ਨੂੰ ਦੇਣੀਆਂ। ਚੰਡੀਗੜ੍ਹੋਂ ਆ ਰਹੀ ਹੈ
ਬੇਅੰਤਹਾ ਚੀਜ਼ਾਂ ਹੋ ਰਹੀਆਂ। ਸੋ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਜਿਹੜਾ 15% ਵਧਾਉਣੇ ਆ, ਜੇ ਰੀਅਲੀ ਇੰਟਰਸਟਿਡ ਆ ਕਿ ਨਸ਼ੇ ਬੰਦ ਕਰਨੇ ਆ। ਮੈਂ ਡਾਕਟਰ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਰੀਜ਼ਨਸ ਤੋਂ ਜੇ ਜੜ੍ਹਾਂ ਨਹੀਂ ਹਿਲਾਵਾਂਗੇ ਨਹੀਂ ਇਹਦਾ ਇਲਾਜ ਹੋਣਾ। ਡੋਂਟ ਮਤਲਬ ਫੋਰਗੇਟ, ਮੈਨੂੰ ਇੰਨੀ ਦੇਰ ਦਾ ਮੈਂ ਇਹਦਾ ਡਾਕਟਰ ਆ, ਇਹ ਇਸ ਤਰ੍ਹਾਂ ਨਹੀਂ ਬੰਦ ਹੋਣੀ। ਸਰਕਾਰਾਂ ਨੂੰ ਬੰਦ ਕਰਨਾ ਪਿਆ, ਉਹਨਾਂ ਨੂੰ ਵੀ ਕਰਨੀ ਪਈ, ਸਮਾਜ ਨੂੰ ਕਰਨੀ ਪੈਗੀ। ਕਿਸੇ ਵਿਆਹ 'ਚ ਇੱਥੇ ਚਲ ਜਾਓ, 12 2 3 3 4 4 ਲੱਗੀਆਂ ਭਾਜੀ, ਉੱਥੇ ਪਹਿਲਾਂ ਲੈ ਲਓ। ਇੱਥੋਂ ਤਾਂ ਸ਼ਰਮਨਾਕ ਹਾਲਤ ਹੋ ਗਈ ਹੈ ਕਿ ਸਾਡੀ ਮਾਂ ਜਿਸ ਨੇ ਗੁਰੂ ਨਾਨਕ ਨੂੰ ਜਨਮ ਦਿੱਤਾ ਸੀ ਉਹ ਵੀ ਨਸ਼ਿਆਂ 'ਚ ਜਾ ਵੜੀ ਹੈ, ਧੀਆਂ ਜਾ ਵੜੀਆਂ। ਵਟ ਹੈਪਨਡ ਇਨ ਦੀ ਯੂਨੀਵਰਸਿਟੀਜ਼, ਉਹਨਾਂ ਯੂਨੀਵਰਸਿਟੀਆਂ 'ਚ ਕੁੜੀਆਂ ਦੇ ਨਾਲ ਸਾਡੇ ਕੀ ਹੋਇਆ? ਇਹ ਨਸ਼ੇ ਪੀ ਕੇ ਬਦਕਾਰੀਆਂ ਹੋਣਗੀਆਂ, ਮਰਡਰਸ ਹੋਣਗੇ, ਡੋਮੈਸਟਿਕ ਵਾਇਲ ਰੋਜ਼ ਕੁੱਟੀਆਂ ਜਾਂਦੀਆਂ ਘਰਾਂ 'ਚ ਜਨਾਨੀਆਂ। ਮੈਨੂੰ ਤਾਂ ਸ਼ਰਮ ਆਉਂਦੀ ਹੈ, ਰੋਜ਼ ਹੀ ਕੁੱਟੀਆਂ ਜਾਂਦੀਆਂ। ਮੈਂ ਤਰਨਤਾਰਨ ਦੀਆਂ ਖਬਰਾਂ ਜ਼ਿਆਦਾ ਪਈ, ਬਿਕੋਜ਼ ਮੈਂ ਉੱਥੇ ਵਰਕ ਕਰਦਾ ਥੋੜ੍ਹਾ ਜਿਹਾ ਖਡੂਰ ਸਾਹਿਬ, ਅਤੇ ਉੱਥੇ 5 ਜਾਂ 7 ਰੋਜ਼ ਰੇਪ ਹੁੰਦੇ ਆ। 3 ਸਾਲ ਦੀ ਕੁੜੀ ਦਾ ਰੇਪ ਹੋ ਰਿਹਾ, ਸ਼ਰਮਨਾਕ ਗੱਲ। ਇਹ ਇਕੱਲੀ ਸ਼ਰਾਬ ਨਹੀਂ ਹੋ, ਇਹਨਾਂ ਜਿਹੜੇ ਉਹਨਾਂ ਦੇ ਅਸਰ ਆ ਉਹਨਾਂ ਦੇ ਉੱਤੇ ਵੀ ਸਾਨੂੰ ਜਾਣਾ ਪਏਗਾ। ਕੋਠਿਆਂ 'ਤੇ ਹੋਟਲਾਂ ਮੋਟਲਾਂ 'ਚ ਕੀ ਹੋ ਰਿਹਾ ਇਹ ਮੈਂ ਬਾਅਦ 'ਚ ਤੁਹਾਨੂੰ ਦਿਖਾਉਂਦਾ ਵੀ ਹਾਂ। ਆਹ ਨਸ਼ੇ ਅੱਗੇ ਫੀਮ ਭੰਗ ਹੁੰਦੀ ਸੀਗੀ, ਹੁਣ ਲੇਟੈਸਟ ਸਭ ਤੋਂ ਜ਼ਿਆਦਾ ਫੀਮ ਤੋਂ ਬਾਅਦ ਇੱਕ ਸਿੰਥੈਟਿਕ ਆ ਗਈ ਆ, ਹੈਰੋਇਨ। ਇਹ 15,000 ਰੁਪਏ ਦੀ ਰੋਜ਼ ਇੱਕ ਬੱਚੇ ਨੂੰ ਖਾਣੀ ਪੈਂਦੀ ਹੈ। 5,000 ਦੀ ਹੈ ਇੱਕ ਡੋਜ਼ ਇਹਦੀ, ਤਾਂ 3 ਵਾਰ ਉਹਨੇ ਖਾਣੀ ਹੈ। ਕੀ ਕਰੂਗਾ? ਲੁੱਟੂਗਾ, ਪਰਸ ਖੋਊਗਾ, ਫਲਾਂ ਕਰੂਗਾ, ਉਹ ਕਰੂ ਚੋਰੀਆਂ ਡਾਕੇ। ਇੱਥੇ ਐਸਾ ਤਨ ਦੀ ਖਬਰ ਆਈ ਸੀ ਕਿ 25 ਰੁਪਏ ਮਾਂ ਤੋਂ ਮੰਗੇ, ਮਾਂ ਨੇ ਦਿੱਤੇ ਨਾ, ਉਹਨੇ ਗੋਲੀ ਮਾਰ ਦਿੱਤੀ 25 ਰੁਪਈਆਂ ਦੀ ਖਾਤਰ। ਸੋ ਇਹ ਚੀਜ਼ਾਂ ਵਰਸਟ ਆ। ਇਹਨਾਂ ਤੋਂ ਅੱਗੇ ਮੈਥ ਵਗੈਰਾ ਆ ਗਈ ਹੈ ਬਹੁਤ ਸਾਰੀਆਂ। ਆ ਚਿੱਟਾ ਜਿਹੜਾ ਕਹਿੰਦੇ ਆ, ਸਮੈਕ, ਕਰੈਕ, ਕੋਕੇਨ, ਵਰਸਟ ਦੁਨੀਆ ਦੀਆਂ ਇਹ ਜਿਹੜੀਆਂ ਡਰੱਗਸ ਆ ਗਏ ਆ। ਮੈਂ ਸਮਝਦਾ ਇਹਦੇ ਨਾਲ ਪਤਾ ਕੀ ਹੋਏਗਾ, ਹਿੰਦੁਸਤਾਨ ਦੀ ਆਬਾਦੀ ਜਿਹੜੀ ਆ 2000 ਪੰਜਾਬ ਦੀ ਆਬਾਦੀ 2011 'ਚ ਵੀ ਵਰ ਸੇ ਅਬਾਊਟ 65% ਘਟਦੀ ਗਈ। 2021 'ਚ ਜਿਹੜੀ ਪਾਪੂਲੇਸ਼ਨ ਆਉਣੀ ਸਿੱਖਾਂ ਦੀ 47% ਹੋਣੀ, ਕਿਤੇ ਭੁਲੇਖੇ 'ਚ ਨਾ ਰਹਿ ਜਾਏਗਾ ਪੰਜਾਬ ਦੇ ਲੋਕਾਂ ਦੀ। ਅਸੀਂ ਕਹਿੰਦੇ ਆ ਇੱਕ ਬੱਚਾ ਹੋਣਾ ਚਾਹੀਦਾ, ਉਹ ਡਾਕੇ ਮਾਰੀ ਜਾਏ, ਮਾਂ ਕਹਿੰਦੀ ਹੈ ਇਹਨੂੰ ਮਰਨ ਨਹੀਂ ਦੇਣਾ, ਇਹਨੂੰ ਜੇਲ੍ਹ 'ਚ ਨਹੀਂ ਜਾਣ ਦੇਣਾ। ਨਹੀਂ, ਆ ਪਿੱਛੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਹਿਤਾ ਵੀ 4 ਬੱਚੇ ਚਾਹੀਦੇ ਆ। ਕਾਰ ਮਚ ਗਈ। ਉਹ ਸ਼ਰਾਬ ਪੀਓਗੇ, ਸਮੈਕ ਤੇ ਕਰੈਕ ਲਓਗੇ, ਮਾਂ ਗਰਭਵਤੀ ਨਹੀਂ ਹੋ ਸਕਦੀ। ਟੇਕ ਇਟ ਗ੍ਰਾਂਟਿਡ। ਗਲਤੀ ਨਾ ਕਹਿਣਾ, ਮੈਂ ਇੱਥੇ ਉੱਦਾਂ ਉੱਚੀ ਉੱਚੀ ਰੌਲਾ ਪਾਉਣ ਨਹੀਂ ਆਇਆ, ਆਥੈਂਟਿਕ ਹੈ ਗੱਲ। ਬਾਪ ਦੇ ਵਿੱਚ ਵੀਰ 'ਚ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀਂ ਹੋਏਗੀ, ਉਹ ਬਹਿਰਨ ਹੋ ਜਾਏਗਾ। ਸੋ ਇਸ ਕਰਕੇ ਆਬਾਦੀ ਕਿੰਨੀ ਚੱਲ ਜਾਊਗੀ। ਇਹ ਬਹੁਤ ਵੱਡੀ ਇੱਕ ਚੀਜ਼ ਹੈ। ਅਸੀਂ ਅੱਜ ਕਹਿੰਦੇ ਹਾਂ ਸਾਡੇ ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਕੁਛ ਨਹੀਂ ਬਣਨਾ। ਪਰਹੇਜ਼ ਕਰਨ ਦੀ ਕੋਸ਼ਿਸ਼ ਆ। ਬੱਚਿਓ ਕਿਤੇ ਤੋਂ ਆਇਆ, ਯੂਰ ਲਾਈਫ ਇਜ਼ ਇਨ ਯੂਰ ਹੈਂਡਸ। ਤੁਹਾਡੇ ਹੱਥਾਂ 'ਚ ਜ਼ਿੰਦਗੀ ਆ। ਤੁਸੀਂ ਆਪ ਹੱਥਾਂ 'ਚੋਂ ਉਹ ਪੁੜੀਆਂ ਲੈ ਕੇ, ਉਹ ਚਿੱਟਾ ਲੈ ਕੇ ਇਹਨੂੰ ਬਰਬਾਦ ਨਾ ਕਰੋ। ਤੁਸੀਂ ਜ਼ਿੰਦਗੀ ਦੇ ਮਾਸਟਰ ਆ ਆਪ। ਵੂਮਨ ਡਰੱਗਿੰਗ ਇਹ ਗਲਤ ਨਹੀਂ ਬਣਾਈਆਂ, ਇਹਦੇ ਵਿੱਚ ਹੈਰੋਇਨ ਪਈ ਹੈ, ਇਹ 'ਚ ਕੋਕੇਨ ਪਈ ਹੈ। ਕਿੱਥੇ ਨੂੰ ਜਾਵਾਂਗੇ ਅਸੀਂ? ਬੋਤਲਾਂ ਪਈਆਂ, ਜ਼ਨਾਨੀ ਪੀ ਰਹੀ ਆ, ਆਦਮੀ ਪੀ ਰਹੀ ਆ, ਡੋਡੇ ਆ ਸਾਰੇ। ਜਿੱਥੇ ਕਿਤੇ ਮੈਂ ਗਲਤ ਕਹਿ ਦੂੰਗਾ ਮੈਨੂੰ ਜ਼ਰੂਰ ਵਰਤ ਦੇਣਾ ਵੀ ਗਲਤ ਹੋ ਗਈ ਗੱਲ। ਸੇ ਨੋ ਟੂ ਡਰੱਗਸ, ਡੋਮੈਸਟਿਕ ਵਾਇਲੈਂਸ, ਡਾਈਵੋਰਸਿਸ, ਰੇਪਸ। ਮੈਂ 80 ਸਾਲ ਦੀ ਉਮਰ ਹੈ। ਮੈਂ ਆਪਣੇ ਪਿੰਡ ਦੇ ਵਿੱਚ ਇੱਕ ਡਾਈਵੋਰਸ ਹੋਇਆ ਸੀ, ਅਸੀਂ ਉਹਨੂੰ ਭੂਆ ਕਹਿੰਦੇ ਹੁੰਦੇ ਸੀ। ਉਹਦਾ ਹਸਬੈਂਡ ਮਰ ਗਿਆ ਸੀਗਾ। ਉਹ ਪਿੰਡ ਦੇ ਵਿੱਚ ਜਾ ਕੇ ਕਰਦੀ ਕੀ ਹੁੰਦੀ ਸੀ, ਜਦੋਂ ਕੋਈ ਗਰਭਵਤੀ ਔਰਤ ਹੋ ਗਈ ਉਹਨੇ ਉਹਨਾਂ ਦੇ ਘਰ ਚਲ ਜਾਣਾ, ਪੁੱਤਰ ਅੱਜ ਤੋਂ ਬਾਅਦ ਇਸ ਧੀ ਨੂੰ ਦਬਕਣਾ ਨਹੀਂ ਹੋ। ਜੇ ਦਬਕੋਗੇ ਤੁਹਾਡੀ ਔਲਾਦ ਮਾੜੀ ਪੈਦਾ ਹੋਏਗੀ। ਤੁਸੀਂ ਇਹਨੂੰ ਗਲਤ ਗੋਲੀਆਂ ਨਹੀਂ ਦੇਣੀਆਂ, ਘਰ 'ਚ ਸ਼ਰਾਬ ਨਹੀਂ ਪੀਣੀ, ਅਸਰ ਹੋਏਗਾ। ਉਹ ਭੂਆ ਸਾਡੀ ਕਹਿੰਦੀ ਹੁੰਦੀ ਸੀ, ਪਿੰਡ ਦੀ ਭੂਆ ਹੁੰਦੀ ਸੀ, ਇਹ ਲੋਕਾਂ ਨੂੰ ਦੱਸਿਆ ਕਰੋ, ਦੱਸਿਆ ਕਰੋ। ਚੱਲ ਹੋ ਮੇਰਾ ਘਰ ਠੀਕ ਹੈ, it will never work for a community or a nation। ਏਡਜ਼ ਦੀ ਬਿਮਾਰੀ ਹੈ ਪੰਜਾਬ ਦੀ, ਮੈਨੂੰ ਤਾਂ ਸ਼ਰਮ ਆਉਂਦੀ ਆ। ਅੰਮ੍ਰਿਤਸਰ ਸਭ ਤੋਂ ਏਡ ਨਾਲ ਭਰਿਆ। ਸਰਕਾਰ ਦੀਆਂ ਫਿਗਰਸ ਜਿੰਨੀਆਂ ਕਹਿ ਗਈਆਂ, ਉਹ ਜਿਹੜੀਆਂ ਫਿਗਰ ਆ
ਕੁਲੀਆਂ 'ਚ ਬੈਠੇ ਆ, ਘਰਾਂ 'ਚ ਜਿਹੜੇ ਜਾ ਕੇ ਚੈੱਕ ਨਹੀਂ ਕਰਾਉਂਦੇ, ਜਾ ਕੇ ਦੇਖਿਓ ਕਿੰਨੇ ਕਿਹਾ ਡਰੱਗ ਲੈ ਕੇ ਬਦਕਾਰ ਔਰਤਾਂ ਦੇ ਨਾਲ ਉਹ ਜਾ ਕੇ ਸੈਕਸ ਕਰਦੇ ਆ। ਹੋਏਗਾ ਤੇ ਬਦਕਾਰ ਔਰਤਾਂ ਕਿਹਨੇ ਬਣਾਈਆਂ? ਸਮਾਜ ਨੇ, ਅਸੀਂ ਬਣਾਈਆਂ, ਰੇਪ ਕਰਕੇ, ਘਰੋਂ ਕੱਢ ਕੇ। ਸੋ ਇਹ ਚੀਜ਼ਾਂ ਨਸ਼ਿਆਂ ਦੀਆਂ, ਇਹ ਨਸ਼ੇ ਦੇ ਅੱਗੇ ਖਾਈ ਜਾਂਦੇ, ਪੀ ਜਾਂਦੇ ਆ। ਬੱਚਾ ਜਿਹੜਾ ਨਸ਼ਾ ਕਰਨ ਤੋਂ ਬਾਅਦ ਪਰਿਵਾਰ 'ਚ ਜੰਮੇਗਾ, ਬੱਚੇ ਤੇ ਨਸ਼ੇ ਦਾ ਅਸਰ ਹੋਏਗਾ। ਆਹ ਨਸ਼ੇ ਦੇ ਇਸ ਕਿਸਮ ਦੇ ਬੱਚੇ ਜਿਹੜੇ ਆ ਛੋਟਾ ਜਿਹਾ ਬੱਚਾ ਸਿਗਰਟ ਪੀਂਦਿਆ, ਇਹ ਸਾਡੀ ਹਾਲਤ ਹੋਏਗੀ। ਨਸ਼ੇ ਛੱਡੋ, ਕੋੜ ਵੱਢੋ। ਤੰਬਾਕੂ ਦੀਆਂ 4-4 ਸਿਗਰਟਾਂ ਲਾ ਕੇ ਲਾਉਂਦੇ ਆ। ਡਰੱਗਸ ਕਿਲ, ਯੂਅਰ ਲਾਈਫ ਇਜ਼ ਇਨ ਯੂਅਰ ਹੈਂਡਸ। ਤੁਹਾਡੇ ਹੱਥ 'ਚ ਹੈ ਜ਼ਿੰਦਗੀ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਸਰਕਾਰ ਕਰ ਰਹੀ ਆ, ਮੈਂ ਸਰਕਾਰ ਨੂੰ ਕਹਿੰਦੀ ਹਾਂ। ਸਰਕਾਰ ਕਹਿੰਦੇ ਆ ਜੀ ਲੋਕੀ ਪੀ ਜਾਂਦੇ, ਅਸੀਂ ਕੀ ਕਰੀਏ? ਡਿਮਾਂਡ ਐਂਡ ਸਪਲਾਈ ਦਾ ਡਿਮਾਂਡ ਆ, ਕਰੀਏ ਕੀ? ਨਹੀਂ ਤਾਂ ਘਰਾਂ 'ਚ ਕੱਢੇ ਜਾਣਗੇ। ਅਕ੍ਰੋਸ ਦੀ ਬਾਰਡਰ ਕਿੰਨਾ ਨਸ਼ਾ ਆ ਰਿਹਾ, 200-200 ਕਰੋੜ ਦਾ। ਜਦੋਂ ਚੰਡੀਗੜ੍ਹ ਲੈਬੋਰਟਰੀ 'ਚ ਜਾਂਦਾ, ਆਫਿਸਰ ਬਣ ਜਾਂਦੇ ਆ ਵੱਡੇ ਵੱਡੇ, IG DIG ਫਲਾਣੇ। ਜਦੋਂ 6 ਦਿਨਾਂ ਬਾਅਦ ਉਹ ਚੰਡੀਗੜ੍ਹ ਪਹੁੰਚਦਾ, ਕਹਿੰਦੇ ਜੀ ਇਹ ਤਾਂ ਮਿੱਟੀ ਸੀ, ਸਵਾਹ ਆ। ਇਟ ਸ਼ੁੱਡ ਨਾਟ ਹੈਪਨ ਲਾਈਕ ਦੈਟ ਕਿ 2-3-4 ਦਿਨਾਂ ਦੇ ਵਿੱਚ ਉਹ ਜਿਹੜਾ ਪਾਣੀ ਬਣ ਜਾਏ, ਸਵਾਹ ਬਣ ਜਾਏ। ਇਹ ਸਾਡੀ ਗੈਰ ਜ਼ਿੰਮੇਵਾਰੀ ਹੈ, ਡਿਸਓਨੈਸਟੀ ਵੀ ਆ। ਡਰੱਗ ਇਫੈਕਟ ਕੀ ਆ ਦੱਸੋ? ਫਿਜ਼ੀਕਲ, ਮੈਂਟਲ, ਸਾਈਕੋ ਸੋਸ਼ਲ ਇਫੈਕਟਸ। ਪਾਗਲ ਹੋ ਜਾਂਦੇ ਆ। ਅੱਧੀਆਂ ਜ਼ਨਾਨੀਆਂ ਤਾਂ ਡਿਪਰੈਸ਼ਨ 'ਚ ਬੈਠੀਆਂ, ਹਸਪਤਾਲਾਂ 'ਚ ਪਈਆਂ ਆ ਜਾ ਕੇ। ਕਦੀ ਸੋਚਿਆ ਸਮਾਜ ਨੇ? ਸਮਾਜ ਦੇ ਮੈਂ ਇਹਨਾਂ 'ਤੇ ਜ਼ਿੰਮੇਵਾਰੀ ਨਹੀਂ ਸੁੱਟਣੀ ਚਾਹੁੰਦਾ। ਇਹਨਾਂ ਤਾਂ ਹੁਣ ਸ਼ੁਰੂ, ਇਹਨੀ ਤਾਂ ਅੱਕ ਕੇ ਕਿਹਾ ਵੀ ਅੱਕ ਚੱਬਣਾ ਪੈਣਾ। ਹੁਣ ਇਹ ਬੰਦ ਕਰਨੀ ਪੈਣੀ ਆ। ਦੇਰ ਆਰ ਆਰਗੇਨਾਈਜੇਸ਼ਨ ਆ, ਸੋਸ਼ਲ ਆ, ਧਾਰਮਿਕ ਆਰਗੇਨਾਈਜੇਸ਼ਨ ਆ, ਉਹਨਾਂ ਦੇ ਫਰਜ਼ ਬਣਦੇ ਆ। ਟੀਚਰਸ ਦੇ, ਪ੍ਰੀਚਰਸ ਦੇ ਫਰਕ। 5 ਸਾਲ ਤੋਂ ਬਾਅਦ ਸਕੂਲ 'ਚ ਚਲ ਜਾਂਦਾ ਬੱਚਾ। ਸਕੂਲ 'ਚ ਜਾਂਦਾ ਜੇ ਮਾਸਟਰ ਤੇ ਮਾਸਟਰ ਨੇ ਜਿਹੜੇ, ਮੈਨੂੰ ਵੀ ਮਾਫ ਕਰਨਾ, ਮੇਰੀਆਂ ਧੀਆਂ ਆ ਸਾਰੀਆਂ, ਮੈਂ ਬਿਲਕੁਲ ਕਿਸੇ ਨੂੰ ਲਾ ਕੇ ਨਹੀਂ ਕਹਿੰਦਾ। ਉੱਥੇ ਕੀ ਆਪਾਂ ਕਰਦੇ ਹਾਂ? इश्क मोहब्बत के सिवा दुनिया में कुछ और भी है। वो जी नेशन बिल्डिंग आ वो है। फिर पढ़ाते की आ, साढ़े को स्कूल खालसा जोड़े आ वो तकरीबन 900 स्कूल आ। मैनू एक स्कूल दस दो जिथे 50% अमृतधारी बच्चे आ ते 100% अमृतधारी टीचर आ। मनी मेकिंग है, पैसे बनाने आ। क्यों नहीं इतने इसका सेंट्रल बोर्ड क्यों नहीं बनता? की गल ये श्रोमणी कमेटी ने अपना सेंट्रल बोर्ड बनाता। गवर्नमेंट ने कल बीबी जी आए सी, गवर्नमेंट ने चेयरमैन एजुकेशन बोर्ड की बनाती है। तो जो सिख है काहदे वास्ते एक खोली जाते स्कूल तो वह बोर्ड नहीं सेंट्रल बनाया। एक वह सारा पढ़ाई का तरीका हो। सवेरे प्रेयर किन्ने बजे होनी है? असी पढ़ते होंगे प्रेयर होंदी सी ना, दिने प्रेयर होंदी है। असी आते सी रास्ते से, मैंने किसी सुनाया 1 घंटा कहते जी एक स्कूल ने वो करता भी धर्म दी गल्लां दसियां। तो बंदा कहता जी लोड़ा आ गया, 4-5 बंदे इकट्ठे करके। वो कहते भाजी लोड़ा की आ गया? कहता जी सवेरे स्कूल जाते साढ़े तो धर्म की सिखां की सिक्ख्या, हिस्टरी, विरसे, पाठ करन दीयां गल्लां दसदे। कहते 1 घंटे च ਉਹਦਾ ਜਿਹੜਾ ਦਿਮਾਗ ਉਹ ਡਰੇਨ ਹੋ ਜਾਂਦਾ, ਸਾਰੀ ਦਿਹਾੜੀ ਉਹਨੇ ਸੁਆਹ ਪੜ੍ਹਨਾ। ਅਸੀਂ ਤਾਂ ਕਹਿੰਦੇ ਜੀ ਲੋੜਾ ਆ ਗਿਆ ਹੈ। ਇੱਦਾਂ ਨਹੀਂ ਗੱਲ ਚੱਲੇਗੀ। ਗੱਲ ਜੇ ਅਸੀਂ ਅੱਛੇ ਕੱਲ੍ਹ ਦੇ ਵਾਰਸ ਹੈ ਸਾਡੇ, ਅਸੀਂ ਇਸ ਸੰਸਾਰ ਤੋਂ ਤੁਰ ਜਾਣਾ, ਇਹ ਗੱਲਾਂ ਮਾਰਦੇ ਨੇ ਤੁਰ ਜਾਣਾ। ਇਹ ਕੱਲ੍ਹ ਦੇ ਵਾਰੇ ਇਹਨਾਂ ਦੇ ਹੱਥ 'ਚ ਆ। ਕੱਲ੍ਹ ਦੀ ਸਾਡੀ ਸਿੱਖੀ ਦੀ ਜਿਹੜੀ ਆ, ਜਿਨ੍ਹਾਂ ਦੀ ਖਾਤਰ ਸਭ ਕੁਝ ਕੁਰਬਾਨੀਆਂ ਹੋਈਆਂ। ਸੋ ਇਸ ਕਰਕੇ ਸਾਨੂੰ ਵੀ ਸੁਚੇਤ ਹੋਣਾ ਪਏਗਾ ਅਤੇ ਇਹਨਾਂ ਨੂੰ ਛੱਡਣਾ ਪਏਗਾ। ਡਰੱਗ ਟ੍ਰੇਡਿੰਗ, ਹੁਣ ਤੁਸੀਂ ਕਿਸੇ ਪਿੰਡ 'ਚ ਚਲ ਜਾਓ, ਕੋਈ ਪਿੰਡ ਮੈਨੂੰ ਹੱਥ ਖੜਾ ਕਰਕੇ ਕਰਦਾ ਸਾਡੇ ਪਿੰਡ 'ਚ ਡਰੱਗ ਹੈ ਨਹੀਂ, ਨਸ਼ੇ ਨਹੀਂ ਆ। 12,500 ਪਿੰਡ ਆ, ਕੀ ਗੱਲ ਨਸ਼ੇ ਕਿਉਂ ਸਾਰੇ ਪਿੰਡਾਂ ਦੇ ਵਿੱਚ? ਫਲੈਸ਼ ਟ੍ਰੇਡਿੰਗ, ਇਹ ਕੀ ਗੱਲ ਹੋ ਗਈ ਹੈ? ਮੈਂ ਇਹਨੂੰ ਫਲੈਸ਼ ਟ੍ਰੇਡਿੰਗ ਨੂੰ ਹੁਣ ਕੀ ਕਹਾਂ? ਰੰਡੀਬਾਜ਼ੀ ਕਹਿ ਦੂੰਗਾ। ਹਰ ਪਿੰਡ ਦੇ ਵਿੱਚ, ਹਰ ਢਾਬੇ 'ਚ ਹੋ ਰਹੀ ਹੈ। ਸਰੀਰ ਵੇਚ ਰਹੀਆਂ। ਇਹ ਇਨਸਾਨ ਨਹੀਂ, ਇੱਥੇ ਸੰਸਾਰ 'ਤੇ ਨਹੀਂ ਆਈਆਂ। ਇਹ ਸਾਡੀ ਮਾਂ ਆ, ਭੈਣ ਆ, ਸਾਡੀ ਧੀ ਹੈ। ਅਤੇ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ, ਉਹ ਕਹਿੰਦੇ ਜੀ ਮੇਰੇ ਘਰ ਤਾਂ ਠੀਕ ਹੈ, ਮੈਨੂੰ ਨਹੀਂ ਪਤਾ ਕੀ ਹੋ ਰਿਹਾ। ਵਟ ਵੇ ਯੂ ਆਰ ਨੋਟ ਕੰਸਰਨਡ। ਜੇ ਕੰਸਰਨਡ ਆ, ਇਹਨਾਂ ਨੇ ਅੱਜ ਇੰਨੇ ਬੰਦੇ ਇਕੱਠੇ ਕੀਤੇ ਹੋਆ ਕਿ ਕੌਮ ਦੀ ਗੱਲ ਆ। ਸੋ ਅੱਗੇ ਆ ਗਿਆ ਡੋਮੈਸਟਿਕ ਵਾਇਲੈਂਸ ਆ ਗਈ, ਕਮਿਊਨਿਟੀ ਵਾਇਲੈਂਸ, ਮਰਡਰਸ, ਬੁਲਿੰਗ, ਲੂਟਿੰਗ। ਮੋਟਰਸਾਈਕਲਾਂ ਦੀਆਂ ਢੇਰ ਪਏ ਆ, 5-5 ਬੰਦੇ ਬੈਠੇ ਹੁੰਦੇ ਆ। ਕਿਸੇ ਕੁੜੀ ਨੂੰ ਘਰੋਂ ਨਹੀਂ ਨਿਕਲਣ ਦੇਣਾ। ਇੱਕ ਪਰਸੋਂ ਦੀ ਖਬਰ ਆ, ਕਲਾਸਰੂਮ 'ਚ ਜਾ ਕੇ ਵੜ ਗਿਆ, ਕਲਾਸਰੂਮ 'ਚ ਪੜ੍ਹਾਉਂਦੇ ਤੇ ਟੀਚਰ 'ਚ ਜਾ ਕੇ ਵੜ ਗਿਆ। ਇਹ ਕੁੜੀ ਨੂੰ ਮੈਂ ਲਿਜਾਣਾ ਬਾਹਰ ਨੂੰ। ਕੋਈ ਸ਼ਰਮ ਦੀ ਹੱਦ ਹੋਣੀ ਚਾਹੀਦੀ ਹੈ ਇਨਸਾਨ ਨੂੰ ਕਿਤੇ। ਸੋ ਮੈਫੀਆ ਕਲਚਰ,
ਸਾਰੇ ਅਸੀਂ ਕਹਿੰਦੇ ਆ ਕਰੋੜਾਂ ਰੁਪਈਆ ਬਣਾਈ ਜਾਓ ਪੈਸੇ, ਬਈ ਪੈਸੇ ਬਣਾ ਲਓ, ਕੱਲ੍ਹ ਦੇ ਵਾਰਸ ਨਹੀਂ ਬਣਨੇ। ਅਸੀਂ ਇਹ ਕਹਿੰਦੇ ਆ ਡਾਕਟਰ ਬਣਾ ਦਿਓ, ਕੀ ਕਰਨਾ, ਪੈਸੇ ਬਣਾਉਣੇ, ਲੋਕਾਂ ਨੂੰ ਲੁੱਟਣਾ। ਇੰਜੀਨੀਅਰ ਬਣਾ ਦਿਓ, ਸਾਇੰਟਿਸਟ ਵਿਚਾਰੇ ਵਾਲੇ ਭਲੇ ਮਾਨਸ ਹੈ ਥੋੜ੍ਹੇ ਜਿਹੇ। ਉਹ ਕਦੀ ਇਹ ਜਿਹੜਾ ਸਚਿਆਰਾ ਮਨੁੱਖ ਇਹਦੀ ਗੱਲ ਕਿਸੇ ਨੇ ਕੀਤੀ ਆ, ਮੈਂ ਪਹਿਲੀ ਵਾਰ ਇੱਥੇ ਸੁਣਿਆ ਸਚਿਆਰਾ ਮਨੁੱਖ ਬਣਾਉਣਾ ਚਾਹੀਦਾ। ਆ ਸਿੰਘ ਸਾਹਿਬ ਬੈਠੇ ਆ, ਰੋਜ਼ ਲੋਕਾਂ ਦੀਆਂ ਮਿੰਨਤਾਂ ਕਰਦੇ ਆ। ਉਹ ਕਹਿੰਦੇ ਹੋਣਗੇ ਸਿੰਘ ਸਾਹਿਬ ਆਏ, ਇਹਨਾਂ ਨੂੰ ਜਵਾਬ ਤਾਂ ਨਾ ਦਿਓ, 2-4 ਮਿੰਟ ਇਹਨਾਂ ਦੀ ਗੱਲ ਸੁਣ ਲਓ, ਬਾਅਦ 'ਚ ਹੋਏਗਾ ਉਹ ਗੱਲ। ਸੋ HIV ਏਡਸ ਜਿਹਦਾ ਦੁਨੀਆ 'ਚ ਇਸ ਲਈ ਕੋਈ ਇਲਾਜ ਹੈ ਨਹੀਂ ਹੋ। ਔਰ HIV ਏਡਸ ਦੀਆਂ ਜਿਹੜੀਆਂ ਕੁੜੀਆਂ ਪੇਸ਼ਾ ਕਰਦੀਆਂ, ਮੈਂ ਇਹ ਗੱਲ ਨਹੀਂ ਸੀ ਦੱਸਣੀ, ਮੈਨੂੰ ਪੇਸ਼ੇ 'ਚੋਂ ਕੱਢ ਕੇ ਆਪਣੀਆਂ ਧੀਆਂ ਬਣਾਉਣਾ। ਸੰਸਾਰ ਦੇ ਲੋਗੋ, ਤੁਸੀਂ ਵੀ ਕਦੇ ਬਣਾ ਲਿਆ ਕਰੋ। ਮੇਰੀਆਂ 100 ਧੀਆਂ ਇਸ ਸੰਸਾਰ ਦੇ ਵਿੱਚ। ਉਹ ਕਹਿੰਦੀਆਂ ਨੌਕਰੀ ਨਹੀਂ ਮਿਲਣੀ, ਕੀ ਕਰਾਂਗੀਆਂ, ਕਿੱਥੇ ਜਾਵਾਂਗੀਆਂ, ਤੂੰ ਕੱਢਣ ਲੱਗਾ ਸਾਨੂੰ। ਤਾਂ ਮੈਨੂੰ ਕਹਿੰਦੇ ਇੱਦਾਂ ਕਰਿਆ ਕਰੋ, ਡਾਕਟਰ ਆਫ ਰਘਵੀਰ ਸਿੰਘ ਬੈਂਸ ਲਿਖ ਦਿਓ, ਮੈਂ ਤੁਹਾਨੂੰ ਸਰਟੀਫਿਕੇਟ ਦਊਂਗਾ ਮੇਰੀ ਧੀ ਹੈ। ਮੇਰੀ ਵਾਈਫ ਨੇ ਪਹਿਲਾਂ ਆਬਜੈਕਸ਼ਨ ਕੀਤਾ, ਮੈਂ ਕਿਹਾ ਇਹ ਤਾਂ ਵੀ ਮੇਰੀਆਂ ਧੀਆਂ ਤੇ ਬੀਬੀ ਹੈ, ਤੇਰੀਆਂ ਧੀਆਂ ਵੀ ਹੈ। ਹੁਣ ਉਹ ਲੋਕਾਂ ਦੇ ਮਗਰ ਤੁਰੀ ਫਿਰਦੀ ਹੈ, ਕਹਿੰਦੀ ਮੇਰੀਆਂ ਧੀਆਂ। ਬਣਾ ਲਓ ਕਿਸੇ ਨੂੰ, ਫੇਰ ਕੀ ਹੋ ਗਿਆ। ਜੇ ਤਾਂ ਨਸ਼ਿਆਂ ਦੇ ਇਹ ਜਿਹੜੇ ਗੱਲਾਂ ਇਹ ਇਸ ਆਰਗੇਨਾਈਜੇਸ਼ਨ ਨੇ ਕੀਤੀਆਂ, ਇਹ ਤੋਂ ਬਚਣਾ ਇਕੱਲੇ ਟੀਚਰਸ ਨਹੀਂ ਹੋ, ਸਰਕਾਰ, ਸਮਾਜ, ਕੈਮਿਸਟ ਰਲ ਮਿਲ ਕੇ, ਤੇ ਅਖੀਰ ਦੇ ਵਿੱਚ ਯੂਥ, ਉਹਨੂੰ ਵੀ ਸਮਝ ਚਾਹੀਦੀ ਆ। ਇਹ ਸਾਡੀਆਂ ਧੀਆਂ ਤੇ ਪੁੱਤਰ ਜਿਹੜੇ ਆ, ਇਹ ਬॉयਫ੍ਰੈਂਡ ਗਰਲਫ੍ਰੈਂਡ ਵਾਲੀਆਂ ਗੱਲਾਂ ਨਹੀਂ ਉਹ ਚੱਲਣਗੀਆਂ ਜੇ ਸਮਾਜ ਦੀ ਸਿਰਜਣਾ ਕਰਨੀ ਆ। ਤਾਂ ਆ ਕੜੀਆਂ ਲੱਗੀਆਂ, ਆ ਸਿਰ ਵੱਢਿਆ ਮਾਂ ਦਾ, ਸਿਰ ਵੱਢਤਾ, ਪੈਸੇ ਨਹੀਂ ਦਿੰਦੀ। ਆ ਬੰਦਾ ਕਹਿੰਦਾ ਕਿ ਇਫ ਯੂ ਵਾਂਟ ਟੂ ਮੇਕ ਕ੍ਰਾਈਮ ਗੋ ਟੂ ਜੇਲ ਫॉर ਲਾਈਫ। ਕਹਿੰਦਾ ਮੈਂ ਤਾਂ ਬੈਠਾ, ਤੇ ਜੇ ਤੁਸੀਂ ਬਈ ਕ੍ਰਾਈਮ ਕਰਨਾ ਤੇ ਮੇਰੇ ਨਾਲ ਹੀ ਆ ਜਾਓ, ਫਿਰ ਹੋਰ ਕੀ ਆ। ਇਹ ਸਾਰੇ ਦੁਨੀਆ ਦੇ ਜਿੰਨੇ ਬਰਬਾਦੀ ਆ ਦੁਨੀਆ ਦੀ ਕੀਤੀ ਇਹਨਾਂ ਨਸ਼ਿਆਂ ਨੇ, ਉਹਦੇ ਮੈਂ ਥੋੜ੍ਹੇ ਜਿਹੇ ਫਲਾਇਰ ਦੇ ਦਊਂਗਾ ਇਹ ਡਾਕਟਰ ਸਾਹਿਬ ਨੂੰ, ਇਹਨਾਂ ਤੋਂ ਤੁਸੀਂ ਕਾਪੀਆਂ ਕਰਵਾ ਸਕਦੇ। ਇਹਦੇ ਵਿੱਚ ਸਾਰਾ ਹੀ ਟੋਟਲ ਆ ਕੀ ਹੋ ਰਿਹਾ। ਡਰੱਗ ਰਿਲੇਟਡ ਐਬਸੈਂਟੀਜ਼ਮ ਕਾਸਟਿੰਗ ਬਿਲੀਅਨਸ, ਗੈਂਗ ਮਰਡਰਸ, ਰੋਜ਼ ਪਟਾਕੇ ਚੱਲਦੇ ਆ, 15-15, 20-20 ਬੰਦੇ ਰੋਜ਼ ਮਰਦੇ ਆ। ਇਹ ਕਿਤੇ ਧੀਆਂ ਪੁੱਤਰ ਸਾਡੇ ਚੰਗੇ ਬਣ ਜਾਣ, ਕੌਮ ਦੀ ਸੇਵਾ ਕਰਨਗੇ, ਮਾਪਿਆਂ ਦੀ ਸੇਵਾ ਕਰਨਗੇ, ਇਹ ਮਰਡਰਸ ਤੋਂ ਬਚ ਸਕਣਗੇ। ਡਰੱਗ ਸਕੇਲ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਸ਼ਾਇਦ ਹੈ ਤਾਂ ਗਲਤੀ, ਕੋਈ ਮੇਰੀ ਭੈਣ, ਮੇਰੀ ਧੀ, ਕੋਈ ਭਰਾ ਹੱਥ ਖੜਾ ਕਰੇ, ਸਾਡੇ ਪਿੰਡ 'ਚ ਸ਼ਰਾਬ ਹੈ ਨਹੀਂ, ਉਹ ਸਾਡੇ ਪਿੰਡ 'ਚ ਨਸ਼ਾ ਨਿਕਲ ਲੈਂਦਾ, ਨਹੀਂ ਨਾ ਖੜਾ ਕੀਤਾ। ਸੋਚਣ ਵਾਲੀ ਲੋੜ ਆ, ਸੋਚਣ ਵਾਲੀ ਲੋੜ ਆ। ਅੱਜ ਇੱਥੋਂ ਇਹ ਕਰਕੇ ਜਾਇਓ, ਕੱਲ੍ਹ ਵੀ ਇਹਨੀ ਮਾੜੀ ਜਿਹੀ ਨੀਵੀਂ ਜਿਹੀ ਗੱਲ ਕੀਤੀ ਸੀ, ਅੱਜ ਤੋਂ ਇਹ ਜਾਇਓ, ਜ਼ਮੀਨਾਂ ਵੇਚ ਕੇ ਧੀਆਂ ਦੇ ਵਿਆਹ ਨਹੀਂ ਕਰਨੇ, ਧੀਆਂ ਨੂੰ ਪੜ੍ਹਾਉਣਾ ਆ। ਇਹ ਘਰ ਜਾ ਕੇ ਡਾਕਟਰ, ਇੰਜੀਨੀਅਰ, ਐਸਟਰੋਨੌਟ ਬਣਨ, ਸਾਇੰਟਿਸਟ ਬਣਨ, ਅਤੇ ਇਹਨਾਂ ਦੇ ਵਿਆਹ 'ਤੇ ਆ ਜਿਹੜੇ 10-10 ਹਜ਼ਾਰ ਬੰਦਾ ਇਕੱਠਾ ਕਰਕੇ ਨਾ ਆ ਜਾਂਦੇ ਆ, ਉੱਥੇ ਬੰਦ ਕਰ ਦਈਏ। ਇਹਨਾਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਪੜ੍ਹਾ ਲਓ, ਇਹ ਸਾਡੀ ਜਾਇਦਾਦ ਆ। ਜਾਇਦਾਦ ਨੂੰ ਸ਼ਰਾਬ ਦੇ ਨਸ਼ੇ 'ਚ ਗਰਕ ਨਾ ਕਰਨਾ। ਸ਼ਰਾਬ ਦੀ ਗੱਲ ਹੋ ਗਈ, ਫਿਜ਼ੀਕਲ, ਮੈਂਟਲ, ਸੋਸ਼ਲ ਪ੍ਰੋਬਲਮਸ, ਰਿਲੀਜੀਅਸ ਧਰਮ ਦੇ ਦੁਨੀਆ ਦੇ ਸਾਰੇ ਧਰਮ ਕਹਿੰਦੇ ਨੋ ਡਰੱਗਸ ਨਹੀਂ ਲੈਣੇ। ਸਿੱਖ ਧਰਮ ਕੀ ਕਹਿੰਦਾ, ਗੁਰੂ ਗ੍ਰੰਥ ਸਾਹਿਬ ਭਰੇ ਪਿਆ, 4 ਵੱਜਰ ਕਰਾਇਤਾ, 4 ਵੱਜਰ ਕਰਾਇਤਾਂ 'ਚ ਲਿਖਿਆ ਕੇਸ ਨਹੀਂ ਕੱਟਣੇ, ਪਰਾਈ ਧੀ ਭੈਣ ਨਾਲ ਕੁਛ ਬੁਰੀ ਨਜ਼ਰ ਨਾਲ ਨਹੀਂ ਦੇਖਣਾ, ਇਹ ਕੁੱਠਾ ਨਹੀਂ ਲਾਣਾ, ਫਲਾਨਾ ਨਹੀਂ ਲਾਣਾ, ਇਹ ਸਾਰੀਆਂ ਚੀਜ਼ਾਂ ਆ। ਮੇਰਾ ਖਿਆਲ ਹੈ ਸਾਡੇ ਉਸ ਵਿੱਚ ਨਹੀਂ ਪਿਆ ਹੋਣਾ ਇਹ ਪੰਜਾਬੀ ਵਾਲਾ, ਇਹ ਗੁਰੂ ਗ੍ਰੰਥ ਸਾਹਿਬ ਦਾ ਆ, 554 ਪੰਨੇ 'ਤੇ ਮਾਨਸ ਭਰਿਆ ਹੋਣਾ, ਮਾਨਸ ਭਰਿਆ ਹੈ। 8 ਹੈ ਉਹ। ਜੇ ਤਾਂ ਕੋਈ ਆਪਣੇ ਧਰਮ ਨੂੰ ਮੰਨਣ ਵਾਲਾ, ਮੈਂ ਸਿੱਖਾਂ ਦੀ ਗੱਲ ਕਰਦਾ, ਜੇ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਜੋ 'ਚ ਲਿਖਿਆ ਉਹ ਮੰਨਣਾ ਪਏਗਾ, ਅਦਰਵਾਈਜ਼ ਫੋਰਗੈਟ, ਡੋਂਟ ਮੇਕ, ਬੇਫੂਲ ਨਾ ਕਰੋ ਲੋਕਾਂ ਨੂੰ, ਡੋਂਟ ਡੂ ਇਟ। 8 ਹੈ ਵਿਆਹ, ਇਹ ਇਨਸਾਨ ਅਗਰ ਨਸ਼ੇ ਕਰੇਗਾ, 8 ਹੈ ਤਾਂ ਸੋ ਜੇ ਐਬ ਕਰੀ ਜਾਣੇ ਆ ਤਾਂ ਫਿਰ ਤਿਆਗ ਦਿਓ, ਫਿਰ ਐਵੇਂ ਲੋਕਾਂ ਨੂੰ ਝਾਂਸੇ ਜਾਂ ਧੋਖੇ 'ਚ ਨਾ ਰੱਖਣਾ। ਇਹ ਸਾਰਾ ਹੀ ਹੈ। ਕਬੀਰ ਭਾਂਗ ਮਾਜਲੀ, ਉਹ ਸਾਰਾ ਸਭ ਕੁਝ ਅੱਗੇ ਲਿਖਿਆ, ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ, ਵਿਆਹ ਚੀਜ਼ ਮਾੜੀ ਆ, ਚੀਜ਼ ਮਾੜੀ ਆ। ਸੁਰਾ ਪਾਨ, ਸ਼ਰਾਬ ਆਉਂਦੀ ਹੈ, ਪਾਨ,
ਇਹ ਸਾਰੀਆਂ ਗੱਲਾਂ, ਕਿਉਂਕਿ ਟਾਈਮ ਥੋੜਾ ਕਰਕੇ ਮੈਨੂੰ ਇਹ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਜੇਲ੍ਹ ਚੋਂ ਕੱਢਿਆ, ਸ਼ਰਾਬ ਦਾ ਇੱਕ ਪਿਆਲਾ ਪੀ ਲਾ, ਤੈਨੂੰ ਇਹ ਹੀ ਆ, ਤੈਨੂੰ ਬਰਬਾਦ ਇਹ ਤੋਂ ਕੱਢਣਾ, ਜਿਹੜਾ ਲੋਕਾਂ ਨੂੰ ਕਹਿੰਦਾ ਨਾ ਬੰਦੇ ਬਣੋ, ਇੱਥੋਂ ਤਾਂ ਤੈਨੂੰ ਕੱਢਣਾ ਲੈ। ਸਾਡੀ ਇਹ ਇੱਕ ਤੌਰ ਤਰੀਕਾ ਅੱਜ ਨੇ ਗੁਰੂ ਸਾਹਿਬ ਨੇ ਕਿਹਾ ਨੋ, ਮੈਂ ਨਸ਼ਾ ਨਹੀਂ ਲੈਣਾ। ਡਰਿੰਕਿੰਗ ਆਫ ਅਲਕੋਹਲ ਜਿਹੜੀ ਆ ਕ੍ਰਿਸਚੀਅਨਟੀ ਕਹਿੰਦੀ ਆ, ਬਾਈਬਲ ਕਹਿੰਦਾ ਕਿ ਨੋ, ਨਹੀਂ ਡਰੱਗਸ। ਅਸੀਂ ਕਹਿੰਦੇ ਕਿ ਉਹ ਕਹਿੰਦੇ 75 ਰੈਫਰੈਂਸਿਸ, ਡਰੰਕਰਸ ਐਂਡ ਅਡਲਟਰਸ ਵਿਲ ਨਾਟ ਇਨਹੈਰਿਟ ਗੋਡ, ਉਹ ਪਰਮਾਤਮਾ ਦੇ ਕਿੰਗਡਮ 'ਚ ਨਹੀਂ ਜਾ ਸਕਣਗੇ। ਇਸੇ ਤਰ੍ਹਾਂ ਹੀ ਇਸਲਾਮ ਕਹਿੰਦਾ ਕਿ ਇਹ ਹਰਾਮ ਆ, ਹਰਾਮੀ ਤੁਹਾਨੂੰ ਪਤਾ ਹੋਊਗਾ ਹਰਾਮੀ ਕਿਹਨੂੰ ਕਹਿੰਦੇ ਆ? ਉਹ ਕਹਿੰਦੇ ਹਰਾਮੀ ਦਾ ਪੁੱਤ ਆ ਜਿਹੜਾ ਪੀਊਗਾ। ਤਾਂ ਵੀ ਅਸੀਂ ਤਾਂ ਫਿਰ ਪੀਂਦੇ ਆ, ਕੁਰਾਨ 'ਚ ਆਇਆ ਆ। ਬਹੁਤ ਧਰਮ ਕਹਿੰਦਾ ਕਿ ਨੋ ਡਰੱਗਸ, ਦੁਨੀਆ ਦੇ ਸਾਰੇ ਧਰਮ ਕਹਿੰਦੇ ਆ ਨੋ ਡਰੱਗਸ। 70 ਤੋਂ 80% ਯੂਥ ਯੂਜ਼ ਡਰੱਗਸ। ਕੱਲ੍ਹ ਮੈਨੂੰ ਇੱਥੇ ਗੁਰਮੁਖ ਪਿਆਰੇ ਮਿਲ ਗਏ, ਮੈਂ ਪੁੱਛਿਆ ਵੀ ਕਿੰਨੇ ਕੁ ਪੀਂਦੇ ਹੋਣਗੇ? ਕਹਿੰਦੇ 20 ਤੋਂ 25%। ਮੈਂ ਕਿਹਾ ਕਿੱਥੇ ਭਾਜੀ ਵਸਦੇ ਆ, ਕਿੱਥੇ ਵਸਣ ਡਿਆ ਵਾਂ? 70% ਇੱਕ ਬੰਦੇ ਨੇ ਕਹਤੇ ਉਹਦੇ ਗਲ ਪੈ ਗਏ, 70% ਗਲਤ ਹੈ। ਮੈਂ ਕਿਹਾ ਮੈਂ ਵੀ ਉਹਦੇ ਗਲ ਪੈਣਾ ਸੀਗੇ, ਤਾਂ 85% ਝੂਠ ਬੋਲ ਗਿਆ, 70% ਕਹਿ ਗਿਆ, ਬਚਿਆ ਹੀ ਨਹੀਂ ਕੋਈ ਵੀ। ਸੋ ਕੋਸ਼ਿਸ਼ ਕਰਨਾ ਸਾਡਾ ਇੱਕ ਫਰਜ਼ ਹੈ ਧਾਰਮਿਕ ਅਦਾਰਿਆਂ ਦਾ। ਜਿਹੜੇ ਟੀਚਰਸ ਵਿਚਾਰੇ, ਮੈਂ ਫਿਰ ਕਹਿੰਦਾ ਵੀ ਟੀਚਰਸ ਨੂੰ ਤਾਂ ਅਸੀਂ 5 ਸਾਲਾਂ ਬਾਅਦ ਤਿਆਰ ਕਰਕੇ ਬੱਚਾ ਉਹਦਾ ਸਾਈਕੀ ਬਣਾ ਕੇ ਵੀ ਤੂੰ ਨਸ਼ੇ ਪੀਣੇ ਹੀ ਆ, ਸਭ ਕੁਝ ਕਰਨਾ, ਤਾਂ ਟੀਚਰਾਂ ਨੂੰ ਅਸੀਂ ਕਹਿੰਦੇ ਟੀਚਰ ਨਹੀਂ ਕਰਦੇ। ਉਹ ਕੀ ਕਰਨਗੇ ਬਈ? ਮਾਂ ਕੀ ਕਰਦੀ ਆ, ਪਿਓ ਕੀ ਕਰਦਾ, ਸਮਾਜ ਨੇ ਪਹਿਲਾਂ ਕੀ ਕੀਤਾ? ਆ ਕੱਢਣੇ ਘਰਾਂ ਦੇ ਵਿੱਚ, ਘਰਾਂ 'ਚ ਕੱਢਣੇ। ਕਿੰਨਿਆਂ ਨੇ ਸ਼ਿਕਾਇਤ ਕੀਤੀ ਹੈ? ਮੇਰੇ ਗੁਆਂਢੀ ਜਿਹੜੇ ਸ਼ਰਾਬ ਕੱਢਦੇ ਆ, ਕਦੀ ਵੀ ਨਹੀਂ ਕੀਤੀ। ਅਸੀਂ ਕਹਿੰਦੇ ਸਾਨੂੰ ਕੀ ਲੋੜ ਆ? ਆਹ ਛੋਟੇ ਛੋਟੇ ਬੱਚੇ ਦਾ ਅਸਰ ਆ ਆਹ 5-5, 6-6 ਸਾਲ ਦੇ ਬੱਚੇ ਜਿਹੜੇ ਆ, ਉਹ ਜਿਹੜੇ ਘਰਾਂ 'ਚ ਕੱਢ ਕੇ ਪੀਣੇ ਤੇ ਪਿਲਾਉਣੇ ਆ ਨਾ, ਉਹਦਾ ਅਸਰ ਆ। ਇਹ ਫਿਰ ਇੱਦਾਂ ਦੇ ਜੰਮਣਗੇ। ਜਿਹੋ ਜਿਹੀ ਕੋਕੋ ਇਹੋ ਜਿਹੇ ਕੋਕੋ ਦੇ ਬੱਚੇ। ਡੋਂਟ ਫਰਗੈਟ ਇਟ। ਇਸ ਸਿਆਣਿਆਂ ਨੇ ਬੜੀਆਂ ਗੱਲਾਂ ਕਹੀਆਂ ਆ। ਆ ਹੁਣ ਇਹ ਕਿਸੇ ਧਰਮ ਸਥਾਨ ਦੀ ਆ ਗੱਲ, ਧਰਮ ਸਥਾਨ ਦੀ ਇੱਥੋਂ ਦੀ ਲਾਗੇ ਹੀ ਕੋਈ ਇਹਨਾਂ 'ਚ ਪੱਗ ਵਾਲਾ ਬੰਦਾ ਦਿਸਣ ਡਿਆ, ਪਿੰਡ ਦੇ ਬੰਦੇ ਸਾਰੇ। ਇਹ ਕਿਹਾ ਉਹਨੇ ਪੱਗ, ਉਹਨੇ ਸਿਰ ਵੀ ਨਹੀਂ ਢੱਕਿਆ। ਅਸੀਂ ਤਾਂ ਸਿੰਘ ਸਾਹਿਬ ਨੂੰ ਜਾਂ ਆਰਗੇਨਾਈਜੇਸ਼ਨ ਨੂੰ ਇਹ ਬੇਨਤੀ ਕਰ ਸਕਦੇ ਹਾਂ ਵੀ ਅਸੀਂ ਜੋ ਮਰਜ਼ੀ ਹੋ ਜਾਏ ਤੁਹਾਡੇ ਪਿੱਛੇ ਖੜੇ ਹਾਂ, ਅਸੀਂ ਪੈਸੇ ਨਾਲ ਵੀ ਮਦਦ ਕਰਾਂਗੇ। ਕੈਨੇਡਾ ਤੋਂ ਕੱਲ੍ਹ 9 ਬੰਦੇ ਆਏ ਸੀ ਸਾਡੇ ਇੱਥੇ, 9 ਤੇ ਟਿਕਟ ਕਿੰਨਾ ਲੱਗਦਾ? ਉਹਨੇ 5-6 ਦਿਨਾਂ ਬਾਅਦ ਮੁੜ ਜਾਣਾ। ਮੈਂ ਉਹਨਾਂ ਨੂੰ ਕੱਲ੍ਹ ਕਿਹਾ ਵੀ ਕੋਈ ਨਹੀਂ, ਤੁਸੀਂ ਹੁਣ 2-4 ਦਿਨ ਆਪਣੇ ਨਿੱਕੇ ਨਿਆਣਿਆਂ ਨੂੰ ਘਰਾਂ ਦੇ ਨੂੰ ਮਿਲ ਲਓ। ਕਰਨਾ ਪਏਗਾ, ਇਹ ਤਰੱਦਦ ਕਰਨੇ ਪੈਣਗੇ। ਅਤੇ ਇੱਥੋਂ ਮੈਨੂੰ ਦੱਸ ਦਿਓ ਕਿਹੜਾ ਪਿੰਡ ਬਚਿਆ ਅਤੇ ਕਿੰਨੇ ਕੁ ਨਿਆਣੇ ਜਿਹੜੇ ਬਾਲਾਂ ਵਾਲੇ ਤਾਂ ਕੇਸਾਂ ਵਾਲੇ ਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿਹੜੇ ਗੁਰਦੁਆਰੇ ਇੱਦਾਂ ਆਹ ਸ਼ਰਾਬ ਪਲਾਈ ਜਾਂਦੀ ਆ। ਆਹ ਹਾਲਤ ਰਾਤ ਨੂੰ ਪਾਰਟੀਆਂ 'ਚ ਫਿਰ ਇੱਦਾਂ ਕਰਾਂਗੇ, ਛਿੱਤਰ ਪ੍ਰਦਾਨ ਕਰਾਂਗੇ, ਆਹ ਪਟਾਕੇ ਵਜਾਵਾਂਗੇ, ਆਹ ਜਿਹੜੇ ਆ ਐਕਸੀਡੈਂਟਸ ਕਰਾਂਗੇ। ਇਹ ਯਾਰ ਆਵਾਜ਼ ਸਾਊਂਡ ਬੰਦ ਕਰਤੀ ਹੋ ਕਿਸੇ ਮੁੰਡੇ ਨੇ, ਕਿਹਾ ਇਹਦੇ ਵਿੱਚ ਸਾਊਂਡ ਹੈ ਸਾਰੇ ਯਾਰ। ਆਹ ਸਾਡੀਆਂ ਧੀਆਂ, ਵਿਮਨ ਆਰ ਨੋ ਐਕਸੈਪਸ਼ਨ, ਉਹ ਵੀ ਹੁਣ ਇੱਦਾਂ ਹੀ ਓਪਨ ਲੱਗ ਪਈਆਂ, ਓਪਨ। ਆਹ ਵੀ ਕੀ ਹੈ? ਉਹ ਜਿਹੜਾ ਮੁੰਡਾ ਕਿੱਥੇ ਆ ਯਾਰ? ਤਾਂ ਸਾਊਂਡ ਤੋਂ ਬਗੈਰ ਤਾਂ ਗੱਲ ਨਹੀਂ, ਸਵਾਦ ਨਹੀਂ ਹੋਣਾ। ਅੱਛਾ ਚਲੋ, ਗਰਲਫ੍ਰੈਂਡ ਬॉयਫ੍ਰੈਂਡ ਕੀ ਹੋਇਆ? ਰੇਪ ਕਰ ਦਿੱਤਾ। ਮੇਰੀਓ ਧੀਓ, ਮੇਰੀਓ ਪੁੱਤਰੀਓ, ਗਰਲਫ੍ਰੈਂਡ ਬॉयਫ੍ਰੈਂਡ ਦੇ ਵਿੱਚ ਪਲੀਜ਼ ਇੱਕ ਮਿਹਨਤ ਮੈਂ ਕਰਦਾ। ਮਿਹਨਤ ਕਰਨੀ, ਇੱਕ ਜਿਹੜਾ ਬੰਦਾ ਹੈਗਾ ਨਾ ਟ੍ਰੇਨਡ, ਉਹ ਸਾਨੂੰ ਮਿਹਨਤ ਨਹੀਂ ਸਿਖਾਉਂਦੇ ਡਾਕਟਰਸ ਨੂੰ। ਫਿਰ ਮਿਹਨਤ ਕਰਨਾ, ਇਸ ਪਾਸੇ ਮੱਤ ਜਾਣਾ। ਤਿਲਕਣਾ ਨਹੀਂ ਚਾਹੁੰਦੇ ਤਾਂ ਤਿਲਕਣ ਵਾਲੀਆਂ ਥਾਵਾਂ 'ਤੇ ਮੱਤ ਜਾਣਾ। ਇਹ ਸਕੂਲ ਦੇ ਮਾਸਟਰ ਸਿਖਾਉਣਗੇ। ਜਿਹੜੀ ਮੈਂ ਗੱਲ ਕਰਨੀ ਉਹਦੇ ਵਿੱਚ ਹੀ ਆਈ ਜਾਂਦਾ। ਤਿਲਕ ਜਾਓਗੇ, 1 ਮਹੀਨਾ ਤੁਸੀਂ ਘੁੱਟ ਕੇ ਪੈਰ ਰੱਖਣਾ, ਉਹ 31ਵੇਂ ਦਿਨ ਤੁਹਾਡਾ ਪੈਰ ਫਿਸਲ ਜਾਣਾ। ਜਿਸ ਪਿੰਡ ਨਹੀਂ ਜਾਣਾ, ਉਸ ਪਿੰਡ ਦਾ ਰਸਤਾ ਕਦੇ ਵੀ ਨਾ ਪੁੱਛਣਾ, ਕਦੀ ਜਾਣ ਨੂੰ ਜੀ ਕਰੇਗਾ। ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਜਿੱਥੇ ਸ਼ਰਾਬ ਨਸ਼ੇ ਕਰਦੇ ਹੁੰਦੇ ਸੀ, ਅੱਧ ਨੰਗੀਆਂ ਜ਼ਨਾਨੀਆਂ ਦੇ ਡਾਂਸ ਦੇਖਦੇ ਸੀ, ਉਸ ਬਾਜ਼ਾਰ ਵਿੱਚ ਹੀ ਮੁੜ ਕੇ ਨਹੀਂ ਲੰਘਣਾ ਜੇ ਛੱਡ ਦਿੱਤਾ ਤਾਂ। ਨਹੀਂ ਤਾਂ ਮੁੜ ਕੇ 1 ਸਕਿੰਟ 'ਚ ਉੱਥੇ ਹੀ ਜਾਓਗੇ ਤਾਂ ਔਰ ਉਸੇ ਹੀ ਲੈਵਲ 'ਤੇ ਜਾਓਗੇ। ਇਹ ਨਸ਼ਿਆਂ ਦੀ ਸਾਇੰਸ ਆ। ਆਹ ਕੰਨ ਫੜਾਉਂਦੀਆਂ ਪੁਲਿਸਾਂ, ਕੋਈ ਗੱਲ ਆ? 450 ਕੁੜੀ ਪੜ੍ਹਨ ਗਈ ਹੋਈ ਇੰਗਲੈਂਡ ਦੇ ਵਿੱਚ, ਪਿਛਲੇ ਮਹੀਨੇ ਬਦਕਾਰੀ ਕਰਦੀ ਫੜ ਕੇ ਇਸ ਮੁਲਕ ਨੂੰ ਭੇਜੀ ਆ।
ਮੈਂ ਮਾਪਿਆਂ ਨੂੰ ਬੇਨਤੀ ਕਰਨੀ ਚਾਹੁੰਦੀ, ਅਸੀਂ ਮਾਸਟਰਾਂ ਦੇ ਮਗਰੀ ਪਏ ਹਾਂ ਸਾਰੇ ਜਾਣੇ, ਨਾ ਭੇਜੋ ਇਹਨਾਂ ਨੂੰ ਉੱਥੇ। ਇੱਥੇ ਪੜ੍ਹਦੀਆਂ ਨੇ, ਉੱਥੇ ਪੜ੍ਹਨ ਭੇਜ ਦਿੰਦੇ ਆ। 5-5 ਮੁੰਡੇ ਇੱਕ ਇੱਕ ਕਮਰੇ 'ਚ ਰਹਿੰਦੇ ਆ, ਉਹ ਰੇਲਵੇ ਪੁਲਾਂ ਦੇ ਹੇਠਾਂ ਰਹਿੰਦੇ ਆ। 450 ਭੇਜੀ ਹੈ ਇੱਥੇ ਪੰਜਾਬ ਦੀ ਸਿੱਖਾਂ ਦੀ ਕੁੜੀ, ਵਿਆਹੀ ਜਾਊਗੀ ਉਹ ਕਿਤੇ। ਪਰ ਕੀ ਕਰੀਏ, ਸਾਡੇ ਖਾਨੇ 'ਚ ਗੱਲ ਨਹੀਂ ਪੈ ਰਹੀ। ਗੁਰਦੁਆਰਿਆਂ 'ਚ ਉਹਨਾਂ ਨੂੰ ਰੋਟੀ ਬੰਦ ਕਰਤੀ ਹੈ ਕਿ ਤੁਸੀਂ ਤਾਂ ਇੱਥੇ ਬਦਕਾਰੀ ਦਾ ਕੰਮ ਕਰਨ ਦੇ ਆ ਜੀ ਸਾਰੇ ਜਾਣੇ। ਔਖੀਆਂ ਗੱਲਾਂ ਹੋਣਗੀਆਂ ਪਰ ਮੈਂ ਕਹਿਣੀਆਂ, ਕਿਉਂਕਿ ਮੌਕਾ ਮੈਨੂੰ ਕਹਿਣੀਆਂ ਚਾਹੀਦੀਆਂ। ਮੈਂ ਆਈ ਐਮ ਏ ਮੈਨ ਆਫ ਫੋਰਨ ਕੰਟਰੀਜ਼। ਵਾਈਟ ਸਰਟੀਫਿਕੇਟ ਬੋਰਡਿੰਗ ਐਂਡ ਸਕੂਲਸ ਕਿਉਂ ਨਹੀਂ ਬੰਦ ਕਰਦੇ? 4-4 ਮੁੰਡੇ ਉਹ ਸਾਇਲੈਂਸਰ ਲਾ ਕੇ ਸਾਡੀਆਂ ਧੀਆਂ ਭੈਣਾਂ ਨੂੰ ਗੇਟ ਤੋਂ ਬਾਹਰ ਨਿਕਲ ਨਹੀਂ ਦਿੰਦੇ, ਮੱਲੋ ਮੱਲੀ ਬਿਠਾਉਂਦੇ ਆ। आया सप्रेशन। ये दस्तूर है, ज़बान बंदी है कैसा तेरी महफिल में, यहाँ तो बात करने को तरसती है ज़बान। वो धी मेरी कह नहीं सकती मेरी इतना फलाने मुंडे ने बर्बादी की है, उन्होंने फांसी ला देंगे, उन्होंने घरों कट देंगे कन्नों फड़ के, कहो तू बदकार औरतें। कौन जिम्मेवार है? समाज। ये वास्ते मास्टर ने उत्थे नाल नहीं कली कली कुड़ी दे जाना। विदन दी बाउंड्रीज ऑफ द स्कूल और कॉलेज टीचर्स करनगे। मैं टीचर नूं बेनती करनी चाहना कि टीचर साहबान तुसीं कोशिश करियो। टीचर नूं असीं गुरु कहने आ, रब दा रूप कहने आ। एक बार मैं एक्साइज इंस्पैक्टर सी, मेरा टीचर मिल गया, पहली जमात 'च पढ़दा सी जलंधर। उन्हें टुटे जे कपड़े पाए सी, मैं जीप 'चों उतरिया, पुलिस वाले मेरे नाल, तो मैं जाके उहदे पैरीं हत्थ लाया। मैनूं कहंदा कौन आ? मैं कहा मास्टर जी मैं तुहाडा शागिर्द हाँ। कहंदा मैनूं नहीं पता। मैं नाम दस्सिया, पिंड दस्सिया। मास्टर जी तुहाडे कोल पहली जमात 'च पढ़दा। कहंदा मैनूं नहीं पता। मैं दोबारा उन्हां दे पैरां नूं हत्थ लाया। मैं कहा मास्टर जी इस जीप ते बिठाउण वाले तुसीं आ, मेरी जिम्मेवारी सी मैं कर लई। तुहाडी इज्जत माणे आ मास्टरां दी। एक्चुअल मैं तुहानूं दसदा, तुसीं रब दा रूप हो, तुहानूं गुरु असीं कहने आ। तुसीं अपने करैक्टर नूं सचिआरे बनो। तुहानूं बड़ियां तनखाहां मिलदियां, क्लास 'च पढ़ाउंदे नहीं हो टीचर बहुत सारे, ते घर आण के कहंदे स्कूल नूं कहंदे 5000 तनख्वाह दे दो, लख तां असीं बाहरों लै लैणी इन्हां तों। पेपरां ते नंबर गलत नहीं लाने। सचारा मनुख बनाओगे, सारी जिंदगी तुहाडे पैरीं हत्थ लाउणगे लोकी। आउंदियां नूं प्रेयर हुंदी सी साडे। मैं टीचर्स नूं भी कहना चाहुंदा, स्पैशली जिहड़े खालसा स्कूल 'च सवेरे आउंदे बच्चे 10-15-20 मिनट उन्हां नूं सचारे जीवन की गल दसो। पुत्तर तुसीं नशे नहीं करने। उन्हां दे नाल उन्हां नूं दब के मारन दी थां उन्हां दे मित्र बनो। वो दसणगे साडे घर 'च की हुंदा। आप पढ़ो नशियां के मुतलक, जड़ियाँ सारिया बुराइयां के मुतलक। एक जिम्मेवारी है वे तुहानूं सरकार पैसे दिंदी आ, समाज पैसे दिंदा, जिम्मेवारी तुहाडी बनदी है। मानते हैं कि तुहाडा प्रिंसीपल नहीं मानदा। कल गल हुई, प्रिंसीपल कहंदा जी मैं नहीं कर सकता। प्रिंसीपल तो बाद अगे आ जांदियां कमेटियां, एडमिनिस्ट्रेशन। वो कहंदे जी सानूं तां दसो किन्ने जलंधर दा गया, रास्ते 'च असीं गल्लां कर, उहने मैनूं कहा। मैं कहा जी किन्ने पैसे बजाए? कहंदे जी 5 करोड़ तो एक बच गया। इट्स नॉट फॉर करोड़, स्कूल्स आर नॉट फॉर करोड्स। बच्चे नूं कहने 10,000 फीस जमा करा, गरीबां दे कित्थे जाणगे? जिहड़े साडे घरां दीयां नालियां साफ करदे आ, साडे कपड़े धोंदे आ, उन्हां दे नियाणे कित्थे नूं जाणगे? सो सानूं इस चीज़ दे उत्ते थोड़ा जिहा कदी करना पेगा। हुण डोमैसटिक वायलेंस है, कुट के छिड़ती आ, मूँह भंन दित्ता। फिर एक मैं सिक्के दे दोने, मैं तो कुट के उन्होंने लहू लुहान करता। फिर कई मेरिया बेटियां, मैं तो उन्हें तारीफ करदा, कहदियां आ पुत्त तैनूं बंदे दा पुत्त बनाउणियां, फिर छित्तर फेरदियां इहो जिहियां ते। डोंट क्रिएट सच सिचुएशनस इन योर होम। आ बेचदियां शरीर, किते जिन्हें नहीं देखनी, किसी अपनी धी नूं देखो, मेरी धी इत्थे बिठा ली होवे। गंदा समाज, वैशी जांदे उत्थे नशे खा के। वो किस दियां धीआं ने? मैं किसी औरत नूं अफ्रीका दे विच अपनी धी बनाया। वो मैनूं कहंदी तू मैनूं बना तो लिया, ये समाज मैनूं एक्सैप्ट करेगा? जदों मैं सब कुछ कहा वे मैं करांगा, उन्हें मैनूं कहा कि डॉक्टर बैंस एक मेरे नाल वादा कर, ये जाके जिहड़ी साडी दास्तां समाज नूं दसेगा, मैं हर थां दसदा। कहंदी उस समाज नूं कहना जदों तुहाडीआं धीआं नूं इन्हां कोठियां ते बिठा लिया, संसार दे लोगों तुहानूं पता लग जाऊगा। धीआं बिठाणियां चाहुंदे आ नहीं आ तो लोकां दीआं क्यों बहण दिंदे असीं? सो इस करके होका दिओ, पिट्टो,
ਸਕੂਲਾਂ 'ਚ ਜਾਓ, ਬਹੁਤ ਮੈਂ ਤਾਂ ਕਹਿੰਦਾ ਇਹਨਾਂ ਨੇ ਤਰੱਦਦ ਬਹੁਤ ਕੀਤਾ, ਪਰ ਪਿੱਛੇ ਲੁਕੀਆਂ ਚੀਜ਼ਾਂ ਰਹਿ ਗਈਆਂ। ਆ ਜਿਹੜੇ ਸੀ ਇਹ ਚੀਜ਼ਾਂ ਨੂੰ ਮੈਂ ਤਾਂ ਖਿਲਾਰਨਾ ਚਾਹੁੰਦਾ ਕਿ ਨਸ਼ਿਆਂ ਦੇ ਨਾਲ ਆ ਅਸਰ ਹੋ ਰਿਹਾ, ਆ ਅਸਰ ਹੋ ਰਿਹਾ। ਇਹ ਕਿਸੇ ਜੋਗੀਆਂ ਨੇ ਉੱਥੇ ਜਾ ਕੇ ਦੇਖੋ ਤਾਂ ਏਡਸ ਨਾਲ ਬਿਮਾਰ ਆ, ਮਰਨ ਨੂੰ ਪਈਆਂ ਆ, ਮੂੰਹ ਦੇ ਉੱਤੇ ਮੱਖੀਆਂ ਬਹਿੰਦੀਆਂ। 1000 ਰੁਪਈਆ ਅਗਰ ਕੋਈ ਦਾ ਉਹਨਾਂ ਨਾਲ ਖੇ ਖਾਣ ਦਾ ਲੈਂਦਾ, ਉਹਨਾਂ ਨੂੰ 5 ਰੁਪਈਏ ਦਿੱਤੇ ਜਾਂਦੇ ਆ। ਇਹ ਸਾਡੀ ਜਿਹੜੀ ਹੈ ਇਹ ਬਿਜ਼ਨਸ ਪੀਪਲ ਹੈ। ਆ ਪਲੇਗ ਆਫ ਸੈਪਰੇਸ਼ਨ ਡਾਈਵੋਰਸਿਸ, ਜਿੰਨਾ ਮੈਂ ਵਿਆਹ ਕਰਾਇਆ ਸੀ ਉਹ ਕੁੜੀ ਨਹੀਂ ਨਿਕਲੀ ਜੀ। 5 ਸਾਲ ਖੇ ਖਾਂਦੇ ਰਹੇ ਆ, ਵਿਆਹ ਤੋਂ ਬਾਅਦ ਅਗਲੇ ਦਿਨ ਹੀ ਮੈਂ ਤਲਾਕ ਦੇ ਦੇਣਾ। ਇਹ ਉਹ ਨਹੀਂ ਹੋ, ਉਹ ਕਹਿੰਦਾ ਵੀ ਜਿਹਨੂੰ ਪੈਸੇ ਖਿਲਾਉਂਦਾ ਸੀ, ਜਿਹਨਾਂ ਨੂੰ ਕਾਰਾਂ 'ਤੇ ਬਿਠਾਲਦਾ ਸੀ, ਅੱਜ ਉਹ ਤੇਰੀ ਪਤਨੀ ਬਣ ਗਈ। ਹੁਣ ਤੋਂ ਪਤਨੀ ਦਾ ਵੀ ਆਪਣਾ ਜੋ ਹਿੱਸਾ ਉਹ ਪਤਨੀ ਵਾਲਾ ਹੀ ਹੋਣਾ, ਹਸਬੈਂਡ ਵਾਈਫ ਦਾ ਹੀ ਹੋਣਾ। ਤਾਂ ਕੁੜੀਆਂ ਕਹਿੰਦੀਆਂ ਇਹ ਉਹ ਬੰਦਾ ਨਹੀਂ ਸੀਗਾ ਜਿਹੜਾ ਮੈਨੂੰ ਰੋਜ਼ ਪੈਸੇ ਖਿਲਾਉਂਦਾ ਹੁੰਦਾ ਸੀ, ਰੋਜ਼ ਆ ਗੱਲਾਂ ਕਰਦਾ ਹੁੰਦਾ ਸੀ। ਸੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਹੁਕਮ ਆ ਕਿ ਪਰਾਈ ਧੀ ਉਹਨੂੰ ਆਪਣੀ ਧੀ ਬਣਾ ਲਓ, ਫੇਰ ਕੀ ਹੋ ਗਿਆ। ਮਾਵਾਂ ਭੈਣਾਂ ਧੀਆਂ ਜਾਣੇ ਨਿਜ ਨਾਰੀ ਕੇ ਸਾਥ ਨੇ ਤੁਮ ਨੇ ਤੁਹਾਨੂੰ ਬਿਲਕੁਲ ਸੈਕਸ ਇਜ਼ ਅਲਾਉਡ ਇਨ ਸਿੱਖਿਜ਼ਮ ਵਿਦਨ ਪੈਰਾਮੀਟਰਸ। ਪਰ ਨਾਰੀ ਕਿਸੇ ਭੂਲ ਸੁਪਨੇ 'ਚ ਨਹੀਂ ਜਾਣਾ। ਅਸੀਂ ਕੀ ਕਰ ਰਹੇ ਹਾਂ, ਕਿਹੜੇ ਸਿੱਖ ਆ, ਕਿਹੜੇ ਪੰਜਾਬ ਦੇ ਲੋਕੀ ਆ, ਸਾਨੂੰ ਪਤਾ ਨਹੀਂ ਸਾਡੀ ਖਾਤਰ ਕੁਰਬਾਨੀਆਂ ਕੀ ਹੋਈਆਂ, ਲੋਕਾਂ ਨੇ ਜਾਨਾਂ ਦਿੱਤੀਆਂ। ਗਰਲਸ ਸਟੇ ਕਲੀਨ। ਮੈਂ ਧੀਆਂ ਆਪਣੀਆਂ ਨੂੰ ਕਹਿਣਾ ਚਾਹੁੰਦਾ, ਕੋਈ ਨਹੀਂ, ਵਨ ਫਸਟ ਟਾਈਮ ਮੈਰਿਜ ਦੈਟ ਇਜ਼ ਆਲ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਨ ਹਾਰ। ਤੁਹਾਡੇ ਬੱਚੇ ਹੋਣੇ ਆ, ਤੁਹਾਡੇ ਬੈਡਰੂਮ 'ਚ ਤੁਹਾਡੀ ਮੰਮੀ ਨੇ ਜਿਹਨੇ ਜਨਮ ਦਿੱਤਾ ਉਹਨੇ ਦਰਵਾਜ਼ਾ ਖੜਕਾਉਣ ਤੋਂ ਬਗੈਰ ਨਹੀਂ ਜਾਣਾ। ਕਰ ਲਿਓ ਜੋ ਕੁਝ ਕਰਨਾ ਹੋਇਆ। ਜੇ ਤੁਸੀਂ ਪੈਰਾਮੀਟਰਸ ਵੀ ਤੋੜਨੇ ਆ, ਵਿਆਹ ਤਾਂ ਜੀਵਨ 'ਚ ਤੋੜ ਲਿਓ। Who are responsible and who can play role of genetic factors, role of parents, grandparents, drinking in family, marriages, parties, role of village ਪੰਚਾਇਤਾਂ ਕੀ ਕਰਦੀਆਂ, ਲੜਾਈਆਂ ਲੜਾਉਂਦੀਆਂ ਲੰਬੜਦਾਰ ਬਣਨ ਨੂੰ। ਇੱਕ ਪਿੱਛੇ ਜੇ ਆਈ ਸੀ ਖਬਰ, ਇੱਕ ਬੀਬੀ ਆ, ਪਤਾ ਨਹੀਂ 300 ਕੇਸ ਕਿੰਨੇ ਉਹਨੇ ਪਿੰਡ 'ਚ ਇਕੱਲੀ ਨੇ ਫੈਸਲਾ ਕਰਤਾ। ਕੋਈ ਪੁਲਿਸ 'ਚ ਨਹੀਂ ਜਾਏਗਾ, ਕੋਈ ਕਦੇ ਨਹੀਂ। ਇਨਸਾਫ ਕਰਦੀ ਹੈ, ਇਨਸਾਫ ਤੋਂ ਨਿਕਲੀ ਕੌਣ, ਔਰਤ ਨਿਕਲੀ ਹੈ। ਅਸੀਂ ਬੇਇਨਸਾਫੀ ਬਣ ਗਏ। ਸਾਰਾ ਅੱਗੇ ਪੜ੍ਹ ਲਓ। ਪੰਚਾਇਤ, ਰੋਲ ਆਫ ਐਜੂਕੇਸ਼ਨਲ ਇੰਸਟੀਟਿਊਸ਼ਨ, ਟੀਚਰਸ, ਕਮੇਟੀਜ਼, ਕਾਉਂਸਲਰਸ। ਇੱਕ ਮੈਂ ਕਹਿਣੀ ਚਾਹੁੰਦਾ ਟੀਚਰਸ ਨੂੰ, ਫਿਰ ਜਾਂ ਜਿਹੜੇ ਕਮੇਟੀਜ਼ ਦੇ ਆਇਓ, ਡਰੱਗਸ ਦੇ ਕਾਉਂਸਲਰ ਸੈਪਰੇਟ ਪੜ੍ਹਾਈ ਹੈ। ਦੇ ਆਰ ਨੋਟ ਮੈਡੀਕਲ ਡਾਕਟਰਸ। ਉਹ MBBS MS ਨਹੀਂ ਹੋ। ਨਸ਼ਿਆਂ ਦੀ ਪੜ੍ਹਾਈ ਸੈਪਰੇਟ ਆ। ਮੈਂ ਇੱਥੋਂ ਦੀ ਸਰਕਾਰ ਨੂੰ ਕਈ ਵਾਰ ਲਿਖਿਆ, ਤੁਸੀਂ ਕਹਿੰਦੇ ਇੰਨੇ ਕਾਉਂਸਲਰ ਲਾਤੇ, ਉਹ ਡਾਕਟਰ ਲਾਤੇ ਆ, ਜਾਂ ਸਾਡੇ ਵਰਗੇ ਉੱਦਾਂ ਹੀ ਮੈਂ ਜੀ ਛਡਾਉਣਾ ਨਸ਼ੇ, ਇੱਕ ਦੀ ਤਾਂ ਹੋਰ ਲਾਉਂਦੇ ਆ। ਕਾਉਂਸਲਰਸ ਪ੍ਰੋਪਰ ਕਾਉਂਸਲਿੰਗ ਆ। ਇਹ ਡਾਕਟਰ ਜਿੰਨੀ ਪੜ੍ਹਾਈ ਹੈ, ਉਹਨਾਂ ਨੂੰ ਪਤਾ ਕੀ ਕਹਿਣਾ ਕੀ ਨਹੀਂ ਕਹਿਣਾ। ਕਾਉਂਸਲਰ ਉੱਥੇ ਹੋਣੇ ਚਾਹੀਦੇ ਆ। ਬੱਚਿਆਂ ਦੀ ਕਾਉਂਸਲਿੰਗ ਆਪਸ ਵਿੱਚ ਹੀ ਕਰਾਓ। ਬੱਚੇ ਜਿਹੜੇ ਉਹ ਵੈਰੀ ਗੁੱਡ ਕਾਉਂਸਲਰਸ ਆ, ਉਹਨਾਂ ਦੀ ਆਪਸ ਵਿੱਚ ਹੀ ਕਰਾਓ ਕਾਉਂਸਲਿੰਗ, ਅੰਡਰ ਸੁਪਰਵਿਜ਼ਨ ਆਫ ਦੀ ਕਾਉਂਸਲਰ। ਪ੍ਰਿੰਸੀਪਲ ਦਾ ਇਹ ਕੰਮ ਆ, ਐਡਮਿਨਿਸਟ੍ਰੇਸ਼ਨ ਦਾ ਕੰਮ ਆ। ਉਹ ਤੋਂ ਉੱਤੇ ਜਿਹੜੇ ਅਸੀਂ ਧਰਮ ਦੀਆਂ ਗੱਲਾਂ ਕਰ ਰਹੇ ਹਾਂ, ਸਾਡਾ ਵੀ ਇੱਕ ਫਰਜ਼ ਹੈ। ਕਦੀ ਇਹ ਹਜ਼ਾਰ ਸਕੂਲ ਦੀ ਮੈਂ ਉਹ ਗੱਲ ਤਾਂ ਨਹੀਂ ਕਰਨੀ ਚਾਹੁੰਦਾ। ਪਿੱਛੇ ਜੇ ਇੱਕ 24 IAS ਅਫਸਰ ਅਤੇ 4 ਜਿਹੜੇ ਆ ਇਹਨਾਂ ਦੇ ਐਜੂਕੇਸ਼ਨ ਦੇ ਜਿਹੜੇ ਸੀਨੀਅਰ ਰਿਟਾਇਰ ਹੁੰਦੇ ਆ, ਉਹਨਾਂ ਦੀ ਇੱਕ ਰਿਪੋਰਟ ਆਈ ਹੈ, ਕਿਤੇ ਪੜ੍ਹ ਲਿਓ। ਉਹਨੇ ਕਿਹਾ 900 ਖਾਲਸਾ ਸਕੂਲਾਂ 'ਚ ਸਿਰਫ ਇੱਕ ਸਕੂਲ ਹੈ ਜਿਹਨੂੰ ਕਹਿ ਸਕਦੇ ਹਾਂ ਸਿੱਖ ਧਰਮ ਦੀ ਮਿਸ਼ਨ ਦੇ ਉੱਤੇ ਚੱਲ ਰਿਹਾ। ਨਹੀਂ ਤਾਂ ਮੇਰੇ ਤੋਂ ਕਾਪੀ ਲੈ ਲਿਓ। ਇਟਸ ਨਾਟ ਦੈਟ ਹੀਅਰ। ਕੀ ਗੱਲ ਕੀ ਹੋ ਗਈ ਯਾਰ। ਫਿਰ ਟੀਚਰ ਸਾਹਿਬਾਨ ਮਾਈਂਡ ਨਾ ਕਰਨਾ। ਮੈਂ ਪਹਿਲਾਂ ਕਹਿਤਾ ਕਿ ਯੂ ਆਰ ਨਾਟ ਬੇਬੀ ਸਿਟਰ, ਪਰ ਤੁਹਾਡੀ ਇੱਕ ਡਿਊਟੀ ਹੈ। ਅਸੀਂ ਤੁਹਾਨੂੰ ਗੁਰੂ ਕਹਿੰਦੇ ਹਾਂ। ਤੁਸੀਂ ਆਪਣਾ ਜੀਵਨ ਸੁਚਾਰਾ ਜੀਵਨ ਬਣਾਓ। ਆਪਣਾ ਹੀ ਬਣਾ ਲਓ, ਚਲੋ ਨਿਆਣਿਆਂ ਦਾ ਨਹੀਂ ਤਾਂ ਤੁਸੀਂ ਚੰਗੀਆਂ ਗੱਲਾਂ ਕਰਨਾ ਪੈਣਾ। ਪ੍ਰਿੰਸੀਪਲ ਨੂੰ ਮਜਬੂਰ ਕਰੋ, ਕਮੇਟੀਆਂ ਨੂੰ ਮਜਬੂਰ ਕਰੋ, ਇਹਨਾਂ ਦਾ ਫਰਜ਼ ਬਣਦਾ। ਸੋ ਇਸ ਕਰਕੇ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ, ਮੈਂ ਇਹ ਨਹੀਂ ਮੈਂ ਕਹਿੰਦਾ ਬਾਗੀ ਹੋ ਜਾ, ਨੋਟ ਐਟ ਆਲ। ਤੁਸੀਂ ਰੋਜ਼ੀ ਰੋਟੀ ਕਮਾਉਣੀ ਆ। ਇਹ ਜਦੋਂ ਜੀ 10 ਮਿੰਟ ਰਹਿ ਗਿਆ, ਮੈਨੂੰ ਪ੍ਰਧਾਨ ਜੀ ਦੱਸ ਦੇਣਾ। ਇੱਕ ਮੈਂ ਤੁਹਾਨੂੰ ਅਖੀਰ 'ਚ ਇੱਕ ਚੀਜ਼ ਦਿਖਾਣੀ ਚਾਹੁੰਦਾ। ਵਿਦਿਆ ਵਿਚਾਰੀ ਦਾ ਪਰਉਪਕਾਰੀ।
ਵਿਦਿਆ ਚੀਜ਼ ਦਾ ਨੇਤਰ ਆ। ਵਿਦਿਆ ਤੋਂ ਬਿਨਾਂ ਮਨੁੱਖ ਪਸ਼ੂ ਢੋਰ ਜਾਂ ਗੌਰ, ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਢੋਰ ਗਵਾਰ ਜੇ ਵਿਦਿਆ ਨਹੀਂ ਹੋ ਤਾਂ। ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪਾਵੇ ਮਾਨ, ਹੁਣ ਇਹਨਾਂ ਟਾਈਮ ਨਹੀਂ ਹੋ। ਐਜੂਕੇਸ਼ਨ ਇਜ਼ ਲਾਈਕ ਫੂਡ ਐਂਡ ਸ਼ੈਲਟਰ। ਰੋਟੀ ਖਾਂਦੇ ਆ, ਸਚਿਆਰੇ ਜੀਵਨ ਦੀਆਂ ਗੱਲਾਂ ਰੋਜ਼ ਕਰਨੀਆਂ ਪੈਣੀਆਂ ਸਵੇਰੇ ਉੱਠ ਕੇ। ਕਿੰਨਾ ਵਧੀਕੀ ਤਾਂ ਨਹੀਂ, ਚੁਗਲੀ ਨਿੰਦਿਆ ਤਾਂ ਨਹੀਂ ਕਰਦੀ ਕਿਤੇ। ਵਿਦਿਆ ਦੇ ਸਾਰੂ ਪੱਖ, ਵਿਦਿਆ ਚਾਨਣ ਦਾ ਨਾਮ ਹੈ। ਵਿਦਿਆ ਤੀਸਰਾ ਨੇਤਰ ਆ। ਵਿਦਿਆ ਦਾ ਧਨ ਵੰਡਿਆ ਜਾ ਸਕਦਾ, ਇਹ ਖੋਇਆ ਨਹੀਂ ਜਾ ਸਕਦਾ, ਖੋਇਆ ਨਹੀਂ ਜਾ ਸਕਦਾ। ਬਹੁਤ ਅਜ਼ੀਮ 10 ਮਿੰਟ ਜੀ, ਫਿਰ ਮੈਨੂੰ ਇੱਦਾਂ ਜੀ ਹੁਣ ਛੱਡਣਾ ਪੈਣਾ ਕਿਤੇ, ਮੈਨੂੰ ਮੌਕਾ ਦਿਓ। ਮੈਂ ਇਹਦੇ ਉੱਤੇ ਗੱਲਾਂ ਜਿਹੜੀਆਂ ਨਾ ਟਾਈਮ ਦੀ ਪਾਬੰਦੀ 'ਚ ਨਹੀਂ ਗੱਲਾਂ ਹੋਣੀਆਂ, ਇਹਨਾਂ ਦੀ ਮਜਬੂਰੀ ਹੈ, ਕਿਉਂਕਿ ਇਹਨਾਂ ਨੇ ਟਾਈਮ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ। ਇਹ ਐਡਾ ਵੱਡਾ ਮਸਲਾ ਟਾਈਮ ਦੀ ਪਾਬੰਦੀ 'ਚ ਨਹੀਂ ਹੋ ਸਕਣਾ। ਇਹਨੂੰ ਦੇ 1 ਦਿਹਾੜੀ 2 ਦਿਹਾੜੀ 10 ਦਿਹਾੜੀਆਂ ਬੈਠੋ, ਸਾਡੇ ਅੰਦਰ ਜਾਵੇ ਪਹਿਲਾਂ ਗੱਲ। ਅੱਛਾ ਫਰੈਂਡ ਕੌਣ ਹੈ ਦੁਨੀਆ 'ਚ? ਤੁਸੀਂ ਆਪਣੇ ਆਪ ਦੇ ਆ। ਜੇ ਤਾਂ ਆਪਣੇ ਆਪ ਨਾਲ ਦੋਸਤੀ ਅੰਦਰ ਪਾ ਲਈ ਫਿਰ ਤਾਂ ਤੁਸੀਂ ਦੋਸਤ ਬਣ ਗਏ, ਨਹੀਂ ਤਾਂ ਦੋਸਤੀ ਤੋਂ ਬਗੈਰ ਨਹੀਂ ਗੱਲ ਬਣਨੀ। ਆਪਣੇ ਆਪ ਨਾਲ ਦੋਸਤੀ। ਚੇਂਜ ਯੂਅਰ ਸੈਲਫ, ਟੀਚਰ ਸਵਾਨ, ਚੇਂਜ ਯੂਅਰ ਸੈਲਫ, ਵਰਲਡ ਵਿਲ ਚੇਂਜ। ਸੰਸਾਰ ਬਦਲ ਜਾਏਗਾ। ਮੈਂ ਗ੍ਰੰਥੀਆਂ ਨੂੰ ਕੀ ਕਹਾਂ, ਸਾਡੇ ਜਿਹੜੇ ਪ੍ਰੀਚਰ ਸੀ ਉਹਨਾਂ ਨੂੰ ਕੀ ਕਹਾਂ, ਕੱਲ ਗੱਲ ਹੋ ਚੁੱਕੀ ਹੈ। ਜੀਵਨ ਉੱਚਾ ਹੋਣਾ ਚਾਹੀਦਾ। ਆਪਣੇ ਆਪ ਨੂੰ ਬਦਲ ਜਾਓ, ਲੋਕਾਂ ਨੂੰ ਬਦਲਣ ਦੀ ਕਹੀਏ ਬਦਲੋ ਬਦਲੋ ਬਦਲੋ, ਆਪਣੇ ਆਪ ਨੂੰ ਬਦਲੋ। ਥੋੜ੍ਹੀ ਜਿਹੀ ਸਮੱਸਿਆ ਆਉਂਦੀ ਹੈ, ਬਾਅਦ 'ਚ ਸਭ ਠੀਕ ਹੋ ਜਾਂਦਾ। ਅਤੇ ਮੈਂ ਇੱਕ ਜੀ ਅਖੀਰ 'ਚ ਜਾ ਕੇ ਆ, ਵਿਦਿਅਕ ਚਾਨਣ ਵਾਲਿਆਂ ਦਾ ਧਾਰਮਿਕ ਸਮਾਜਿਕ ਅਤੇ ਸੱਭਿਆਚਾਰਕ ਕਦਰ ਕੀਮਤ ਨਾਲ ਸੁਮੇਲ ਕਿਵੇਂ ਹੋਵੇ, ਇਹ ਆਪਾਂ ਗੱਲ ਕਰ ਲਈ ਆ। ਖਾਲਸਾ ਸਕੂਲਾਂ ਦੀ ਗੱਲ ਕਰ ਲਈ ਆ, ਟੀਚਰਾਂ ਦੀ ਹੂ ਕੈਨ ਪਲੇ ਰੋਲ, ਜੈਨੇਟਿਕ ਫੈਕਟਰ 'ਤੇ ਆਪਾਂ ਕਰ ਲਏ ਆ। ਸੁਚਾਰੂ ਅਧਿਆਪਕ ਕੌਣ ਹੁੰਦਾ ਆ? ਕੌਣ ਹੁੰਦਾ ਸੁਚਾਰੂ? ਜਿਹਨੇ ਇੱਕ ਦੇਖਿਓ, ਜਿਹੜਾ ਬੀਜ ਬੀਜੋਗੇ ਉਹ ਹੀ ਉਗਣਾ। ਬੀਜੇ ਕਿੱਕਰਾਂ ਬੀਜ ਕੇ ਦਾਗ ਬਜੌਰੀਆਂ, ਜੱਟ ਲੱਭਣ ਡਿਆ ਉਹ ਨਹੀਂ ਲੱਭਣੀਆਂ। ਉਹ ਜੈਨੇਟਿਕ ਫੈਕਟਰ ਆ। ਛੋਟਾ ਜਿਹਾ ਬੀਜ ਆ, ਉਹਨੇ ਵੱਡਾ ਬੀਜ ਕਰਨਾ। ਉਹ ਜੈਨੇਟਿਕ ਸਿਸਟਮ ਹੈ। ਮਿੱਠੇ ਅੰਬ ਨੂੰ ਮਿੱਠੇ ਅੰਬ ਲੱਗ ਜਾਣੇ ਆ, ਇੱਕ ਅੱਧਾ ਵਿੱਚੋਂ ਨਿਕਲ ਜਾਊਗਾ ਮਾੜਾ। ਸੋ ਜਿਹੜਾ ਬੀਜ ਹੈ ਨਾ, ਛੋਟਾ ਜਿਹਾ ਕਣ ਠੀਕ ਰੱਖੋ, ਤੇ ਸੰਸਾਰ ਜਿਹੜਾ ਬਦਲ ਸਕਦਾ। ਸਾਨੂੰ ਬਦਲਣਾ ਪਏਗਾ। ਟੀਚਰ ਕੌਣ ਆ? ਰੋਲ ਆਫ ਏ ਟੀਚਰ ਗੱਲਾਂ ਕਰ ਲਈਆਂ। ਇੱਥੇ ਸਮਝਣ ਦੀ ਸਖਤ ਲੋੜ ਹੈ ਕਿ ਮਾਪੇ ਹੀ ਹੁੰਦੇ ਹਨ ਅਤੇ ਅਧਿਆਪਕ ਸਿਰਫ ਅਧਿਆਪਕ ਹੁੰਦੇ ਨੇ, ਮਾਪੇ ਨਹੀਂ ਹੁੰਦੇ। ਕਿਤੇ ਗਲਤ ਫਹਿਮੀ 'ਚ ਨਾ ਰਹਿ ਜਾਓ। ਇੱਕ ਟੀਚਰ ਦੀ ਜ਼ਿੰਮੇਵਾਰੀ, ਤੁਸੀਂ ਟੀਚਰ ਦੀ ਜ਼ਿੰਮੇਵਾਰੀ ਨਿਭਾ ਦਿਓ। ਦੈਟ ਇਜ਼ ਐਵਰੀਥਿੰਗ। ਐਵਰੀ ਸਿੱਖ ਇਜ਼ ਏ ਰੋਲ ਮਾਡਲ। ਭਾਈ ਰੋਲ ਮਾਡਲ ਲੱਭਣ ਡਿਆ ਹੋ ਨਾ, ਸਾਨੂੰ ਤਾਂ ਗੁਰੂ ਨੇ ਕਹਿਤਾ ਹਰ ਸਿੱਖ ਰੋਲ ਮਾਡਲ ਆ, ਹਰ ਰੋਲ ਮਾਡਲ ਆ। ਦਾੜੀ ਆ, ਕੇਸ ਆ, ਮੈਂ ਇੱਕ ਚੰਗੇ ਸਿੱਖ ਗੁਰਸਿੱਖ ਇੱਕ ਸੁਚਾਰੂ ਗੱਲ ਕਰਨੀ ਆ। ਅਸੀਂ ਜੇ ਇੰਨੇ ਅੱਜ ਧਾਰ ਲਈਏ ਕਿ ਅਸੀਂ ਚੰਗੇ ਇਨਸਾਨ ਅੱਜ ਇੱਥੋਂ ਬਣ ਕੇ ਨਿਕਲਣਾ। ਇਹਨਾਂ ਦੀ ਕੀਤੀ ਕਰਾਈ ਜਿਹੜੀ ਆ ਉਹ ਵੀ ਚੰਗੀ ਹੋ ਜਾਏਗੀ, ਕਿਤੇ ਚੰਗੇ ਥਾਂ ਮਿਲੂਗੀ। ਅਸੀਂ ਇਸ ਸੰਸਾਰ 'ਚ ਹੋਕਾ ਦੇਣ ਵਾਲੇ ਬਣ ਜਾਣਗੇ। ਇੱਕ ਬੰਦਾ ਸੰਸਾਰ ਨੂੰ ਹਿਲਾ ਸਕਦਾ, ਇੱਕ ਬੰਦਾ। ਅਸੀਂ ਤਾਂ ਬਹੁਤ ਜ਼ਿਆਦਾ ਬੰਦੇ ਹਾਂ ਸੰਸਾਰ ਨੂੰ। ਇੱਥੋਂ ਅੱਜ ਖੁਸ਼ਬੂਆਂ ਵੰਡੀਆਂ ਜਾਣ ਕਿ ਅੱਜ ਤੋਂ ਬਾਅਦ ਅਸੀਂ ਚਾਨਣ ਮਨਾ ਰਹੇ ਹਾਂ, ਕੌਮ ਦੀ ਗੱਲ ਕਰਨੀ ਹੈ, ਸੱਚ ਦੀ ਗੱਲ ਕਰਨੀ ਹੈ। ਸੋ ਟਾਈਮ ਤਾਂ ਹੋ ਗਿਆ, ਤਾਂ ਮੈਨੂੰ ਆ ਸਾਰੇ ਜੀ ਹੁਣ ਸਾਰੀਆਂ ਚੀਜ਼ਾਂ ਛੱਡਣੀਆਂ ਪੈਣੀਆਂ। ਅਤੇ ਅਖੀਰ ਜਿਹੇ 'ਚ ਜਾ ਕੇ ਇੱਕ ਮੈਂ ਚੀਜ਼ ਤੁਹਾਨੂੰ ਦਿਖਾਉਣੀ ਚਾਹੁੰਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਗੱਲਾਂ ਹੁਣ ਹੋਣੀਆਂ ਨਹੀਂ ਹੋ। ਸੋ ਕੇ ਬੰਦਾ ਆਖੇ ਜਿੱਤਿਆ ਮੇਰਾ ਜਾਨ, ਕਹਿ ਤੂੰ ਸੋਇਆ ਜਾਗ ਆਣਾ। ਹੁਣ ਕੇਸਾਂ ਦੀ ਬੇਅਦਬੀ ਜਿਹੜੀ ਆ ਕੀ ਹੋ ਰਹੀ ਆ, ਸੁਚਾਰੂ ਵਿਦਿਆ ਕੀ ਹੈ? ਆ ਗੁਰੂ ਅੰਗਦ ਸਾਹਿਬ ਜੀ ਨੇ ਕੀਤੀ ਸੀ ਖਡੂਰ ਸਾਹਿਬ ਤੋਂ ਸੁਚਾਰੂ ਵਿਦਿਆ, ਉਹਦਾ ਹੀ ਅੱਜ ਤਾਈਂ ਖਾਣਾ ਖਾਈ ਜਾਂਦੇ ਆ। ਆਪ ਨੇ ਅਸੀਂ ਕੁਝ ਕੀਤਾ। ਆ ਨੀਹਾਂ 'ਚ ਜੁੜੇ ਹੋ ਆ, ਆ ਸਕੂਲ 'ਚ ਆ ਸਾਡੇ ਉੱਥੇ ਆਪਣੇ ਖਡੂਰ ਸਾਹਿਬ। ਸਵੇਰੇ ਅਸੀਂ 1 ਘੰਟਾ ਕਰਾਉਂਦੇ ਹਾਂ, ਨਿਆਣੇ ਬੋਲਦੇ ਆ, ਸਭ ਕੁਝ ਉਹੀ ਕਰਦੇ ਆ। ਇੱਕ ਛੋਟੇ ਬੱਚੇ ਤੋਂ ਲੈ ਕੇ ਸਾਡੇ ਕੋਲ 10,000 ਬੱਚਾ, ਇੱਦਾਂ ਹੀ ਕਰਦੇ ਆ। ਇਹਨਾਂ ਬੱਚਿਆਂ ਨੇ ਵੀ ਕੀ ਕੀਤਾ, ਆ ਗਏ ਆ ਸਾਡੇ ਬੱਚੇ ਸਟਾਪ ਏਡਸ, ਆ ਸਾਡੇ ਅਕਾਲ ਤਖਤ ਸਾਹਿਬ ਤੋਂ ਜਾ ਕੇ ਸਹੁੰ ਖਾਧੀ ਆ ਨਿਆਣਿਆਂ ਨੇ। ਉੱਥੇ ਨਹੀਂ, ਉੱਥੇ 2-4 ਘੰਟੇ ਗੱਲਾਂ ਕਰਕੇ ਸਹੁੰ ਖਾਧੀ। ਅੱਜ ਤੋਂ ਬਾਅਦ ਨਸ਼ੇ ਨਹੀਂ ਕਰਨੇ, ਕੁਕਰਮ ਨਹੀਂ ਕਰਨੇ। ਇੱਦਾਂ ਦੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਆਹ ਮੈਂ ਦਿਖਾਉਣੀ ਚਾਹੁੰਦਾ। ਅਤੇ ਜੇ ਤਾਂ ਇੱਥੇ ਚੱਲ ਗਏ ਤਾਂ ਠੀਕ ਹੈ। ਬਈ ਉਹ ਮੁੰਡਾ ਕਿੱਥੇ ਗਿਆ ਯਾਰਾ?
ਹਾਂ ਯਾਰ ਇਹਨੂੰ ਮਾੜਾ ਜਿਹਾ ਚਲਾ ਦੇ ਤਾਂ ਫਿਰ ਇਹ ਮੈਂ ਤੁਹਾਨੂੰ ਦਿਖਾਣੀ ਚਾਹੁੰਦਾ। ਇਹ 12 ਮਿੰਟ ਦੀ ਆ, ਉਹ ਤੋਂ ਕਰ ਲਓ। ਅੱਜ ਮੈਂ ਕਿਸੇ ਦੇ ਕੰਪਿਊਟਰ 'ਤੇ ਖੜਾ ਜੀ, ਇਸ ਕਰਕੇ ਮੇਰੀ ਜਿਹੜੀ ਬੁੱਧ ਮਾਤਾ ਉਹ ਥੋੜ੍ਹੀ ਹੋਰ ਤਰ੍ਹਾਂ ਦੀ ਹੋ ਗਈ ਹੈ। ਮਾਰ ਦੇ ਕਲਿੱਕ ਕਰਦੇ, ਹੋ ਗਿਆ। ਇਹ ਦੇਖਿਓ ਜ਼ਰੂਰ, ਤਾਂ ਮੈਂ ਤੁਹਾਡੇ ਕੋਲ ਆਣ ਕੇ ਬਹਿ ਜਾਂਦਾ।